ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਪ੍ਰਕਾਰ ਅੱਗੇ ਲੜੀਵਾਰ ਕਥਾ ਚੱਲ ਰਹੀ ਹੈ ਸੁਣਨਾ ਕਰੋ ਜੀ। ਸ੍ਰੀ ਵਾਹਿਗੁਰੂ ਜੀ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ। ਸਿੱਧਾਂ ਦਾ ਪ੍ਰਸ਼ਨ ਹੈ, ਪ੍ਰਸ਼ਨ ਨਹੀਂ ਹੈ, ਲਾਲਚ ਦੇ ਰਹੇ ਹਨ ਗੁਰੂ ਨਾਨਕ। ਕਹਿੰਦੇ ਜੇ ਤੁਸੀਂ ਸਾਡਾ ਯੋਗ ਮਤ ਧਾਰਨ ਕਰ ਲਓ, ਯੋਗ ਮਤ ਦੇ ਅਨੁਸਾਰ ਜਿੰਨੀ ਮਰਜ਼ੀ ਲੰਮੀ ਉਮਰ ਕਰ ਲਓ। ਉਹਨਾਂ ਨੇ ਦੇਖ ਲਿਆ ਵੀ ਹੀਰੇ ਪੰਨਿਆਂ ਦਾ, ਮਾਇਆ ਦਾ ਲਾਲਚ ਤਾਂ ਹੈ ਨਹੀਂ ਇਹਨਾਂ ਨੂੰ। ਅਸੀਂ ਕਹਿ ਕੇ ਦੇਖ ਲਿਆ ਵੀ ਤੀਰਥਾਂ ਤੇ ਹੀਰੇ ਪੰਨੇ ਮਿਲ ਜਾਂਦੇ ਨੇ, ਰਤਨ ਮਿਲ ਜਾਂਦੇ ਨੇ, ਉਹਦੇ ਤੇ ਲਵਾਈ ਮਾਨ ਨਹੀਂ ਹੋਏ। ਵੀ ਲੰਮੀ ਉਮਰ ਦਾ ਤਾਂ ਹਰੇਕ ਨੂੰ ਲਾਲਚ ਹੁੰਦਾ ਹੀ ਹੈ ਨਾ, ਵੀ ਮੇਰੀ ਉਮਰ ਹੋਰ ਜ਼ਿਆਦਾ ਵੱਡੀ ਹੋਵੇ। ਕਹਿੰਦੇ ਵੀ ਜੇ ਤੁਸੀਂ ਯੋਗ ਧਾਰਨ ਕਰ ਲਵੋ ਤੁਸੀਂ ਉਮਰ ਬਹੁਤ ਲੰਮੀ ਹੋ ਜਾਊ। ਮਹਾਰਾਜ ਕਹਿੰਦੇ ਕਿੰਨੀ ਕੁ ਲੰਮੀ ਹੋ ਜਾਊ? ਉਹਨਾਂ ਨੇ ਕਿਹਾ ਵੀ ਗੱਲ ਸੂਤ ਆ ਗਈ, ਵੀ ਇਹਨਾਂ ਦੇ ਮਨ 'ਚ ਪਿਆ ਖਿਆਲ ਪੈਦਾ ਹੋ ਗਿਆ। ਕਹਿੰਦੇ ਜੀ ਸਾਡੇ ਤਾਂ ਇਹੋ ਜਿਹੇ ਯੋਗੀ ਨੇ ਜਿਹੜੇ 4 ਯੁੱਗਾਂ ਦੀ ਉਮਰ ਵੀ ਕਰ ਸਕਦੇ। ਇਸ ਕਰਕੇ ਲੰਮੀ ਉਮਰ ਜਾਓ, ਆਪਣੇ ਜ਼ਿੰਦਗੀ ਦਾ ਆਨੰਦ ਮਾਣੋ। ਇਹ ਮਹਾਰਾਜ ਸਾਹਿਬ ਜੀ ਨੇ ਫਿਰ ਇਹ ਪਾਵਨ ਵਚਨ ਕਹਿੰਦੇ ਜੇ ਯੁੱਗ ਚਾਰੇ ਆਰਜ, ਆਰਜਾ ਦਾ ਮਤਲਬ ਹੀ ਉਮਰ ਹੁੰਦਾ ਹੈ। ਕਹਿੰਦੇ ਸਿੱਧੋ ਵੀ ਤੁਸੀਂ ਜਿਹੜੀ 4 ਯੁੱਗਾਂ ਦੀ ਉਮਰ ਦੀ ਗੱਲ ਕਰੀਏ, ਜੇਕਰ ਚਾਰੇ ਯੁੱਗਾਂ ਦੀ ਆਰਜਾ ਉਮਰ ਹੋ ਜਾਵੇ, ਤੁਸੀਂ ਤਾਂ ਇੰਨੀ ਕੀ ਗੱਲ ਕੀਤੀ ਵੀ 4 ਯੁੱਗਾਂ ਦੀ ਉਮਰ ਹੋ ਜਾਵੇ। ਕਹਿੰਦੇ ਮੈਂ ਤੁਹਾਨੂੰ ਦੱਸਦਾ ਵੀ ਹੋਰ ਦਸੂਣੀ ਹੋਏ ਤੇ ਜਿਹਨੂੰ 10 ਗੁਣਾ ਹੋਰ ਕਰ ਲਈਏ ਤਾਂ 40 ਯੁੱਗ ਹੋ ਜਾਂਦੇ ਨੇ। 40 ਯੁੱਗਾਂ ਦੀ ਹੋ ਜਾਵੇ ਜਾਂ ਉਹਦੇ 'ਚ 4 ਮਿਲਾ ਲਈਏ 44 ਯੁੱਗਾਂ ਦੀ ਹੋ ਜਾਵੇ। ਕਹਿੰਦੇ ਫੇਰ ਕੀ ਹੋਏਗਾ? ਜਿਹੜੀਆਂ ਇਹ ਯੁੱਗਾਂ ਦੀਆਂ ਉਮਰਾਂ ਨੇ, ਸਤਯੁਗ ਦੀ ਜਿਹੜੀ ਉਮਰ ਹੈ ਉਹ 17,28,000 ਵਰ੍ਹੇ ਦੀ ਹੈ, ਤੇ ਜਿਹੜੀ ਤ੍ਰੇਤੇ ਦੀ ਉਮਰ ਹੈ ਉਹ 12,96,000 ਹੈ। ਜਿਹੜੀ ਦੁਆਪਰ ਦੀ ਉਮਰ ਹੈ 8,64,000 ਸਾਲ ਹੈ। ਜਿਹੜੀ ਕਲਯੁਗ ਦੀ ਉਮਰ ਹੈ ਉਹ 4,32,000 ਇਹਦੀ ਉਮਰ ਹੈ। ਚਾਰੇ ਯੁੱਗਾਂ ਦਾ ਉਮਰ ਦਾ ਜੋੜ ਕਰੀਏ ਤਾਂ 43,20,000 ਸਾਲ ਬਣਦੀ ਹੈ। ਤੇ ਇਸ ਕਰਕੇ ਇਹ ਜਿਹੜੀ ਸਾਰੀ ਉਮਰ ਹੈ, ਐਡੀ ਵੱਡੀ ਲੰਮੀ ਉਮਰ ਹੋ ਵੀ ਜਾਵੇ ਤਾਂ ਫਿਰ ਕਿੱਡੀ ਕੁ ਵੱਡੀ ਗੱਲ ਹੈ। ਵੱਡੀ ਉਮਰ ਦੇ ਪਾਉਣ ਵਾਲਿਆਂ ਦਾ ਜ਼ਿਕਰ ਧਾਰਮਿਕ ਗ੍ਰੰਥਾਂ 'ਚ ਬਹੁਤ ਬੜਾ ਮਿਲਦਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਪਾਵਨ ਬਚਨ ਕਹੇ ਹੈ। ਅਧਿਆਤਮ ਪ੍ਰਕਾਸ਼ ਵਾਲੇ ਨੇ ਸਵਈਆ ਲਿਖਿਆ ਪੰਡਿਤ ਸੁਖਦੇਵ ਸਿੰਘ ਜੀ ਨੇ, 17,000,028 ਹੈ ਜੁਗ ਸਤ ਚਹੂੰ ਪਗ ਜਾਨੋ, 12,00,096 ਤੇਤਾ ਤਹੀ ਪਗ ਤੀਨ ਬਖਾਨੋ, 8,00,064 द्वापर दोए पग धर्म के मानो, 400,32,000 को है कल एक पगै ठहरन। भाई गुरदास साहब जी ने कहा बड़ी आरजा इंद्र दी, इंद्रपुरी विच राज कमावै, 14 इंद्र विनाशपत, ब्रह्मे दा एक दिवस विहावै। बर्मा दे एक दिन विच 14 इंद्र राज करके समाप्त हो जाते हैं। ये बड़ी उम्र वालियां दी गल है। फिर बर्मा की 100 साल की उम्र है, धंधे ही बर्मा मरै, लोमस का एक रोम शीशी जाव है। जदों बर्मा मरदा है 100 साल की उम्र भोग के, लोमस ऋषि का एक रोम जिहड़ा है वह पट दिंदा है, एक रोम उहदा छिददा नाश हुंदा है। शेष महीस बखाणीਆਂ, शेष महेश बखाणीਆਂ, चिरंजीवी होए शांत ना आवे, शांति नहीं इन्हां नूं। जोग भोग जप तप कणे, लोक वेद सिमरन ना सुहावै, आप गणाए ना सहज समावै। इस पंक्ति भाई गुरदास दे भी आप गणाए, जिहड़ा अपने आप नूं गणाउंदा हौमे दे सहित, ना सहज समावै, शांति नहीं आउंदी। आप गवाए, जे आप नूं गवा देवे, ना सहज समावै, आप गणाए ना सहज समावै, विश्राम दे नाल ही 2 अर्थ बन जांदे ने। तो इस करके कहते ये पदवी उन्होंने एडी बड़ी उम्र तो मिल गई, सहज दे विच नहीं समा सके।
ਜੇ ਆਪ ਗਵਾਇਨ ਆਪ ਗਵਾ ਦੇਣ ਤੇ ਸਹਿਜ ਦੇ ਵਿੱਚ ਵੀ ਸਮਾ ਸਕਦੇ ਨੇ। ਉਹ ਇਸ ਤਰ੍ਹਾਂ ਦੀ ਬਾਤ ਹੈ। ਤੇ ਮਹਾਰਾਜ ਸਾਹਿਬ ਜੀ ਨੇ ਇਹ ਲੰਮੀ ਉਮਰ ਪਾਉਣ ਵਾਲਿਆਂ ਦਾ ਫਾਇਦਾ ਕੋਈ ਨਹੀਂ। ਮਹਾਰਾਜ ਕਹਿੰਦੇ ਇਹਦੇ ਚ ਇਤਿਹਾਸ 'ਚ ਵੀ ਹੋਰ ਵੀ ਵਿਚਾਰਾਂ ਹੁੰਦੀਆਂ, ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰ ਜਾਰੀ। ਕਿੱਡੀ ਕੁ ਵੱਡੀ ਗੱਲ ਹੈ। ਕਹਿੰਦੇ ਸੱਪ ਦੀ ਬਥੇਰੀ ਲੰਮੀ ਉਮਰ ਹੁੰਦੀ ਹੈ, ਕਾਂ ਦੀ ਬੜੀ ਲੰਮੀ ਉਮਰ ਮੰਨੀ ਗਈ ਹੈ। ਬਿਨ ਸਿਮਰਨ ਕੋਟ ਵਰਖ ਜੀਵੈ ਸਗਲੀ ਔਦ ਬਿਰਥਾਨਦ। ਉਹ ਤਾਂ ਬਿਰਥ ਹੀ ਹੈ ਨਾ। ਕੋਟ ਕੋਟੀ ਮੇਰੀ ਆਰਜਾ ਪਵਨ ਪੀਣਾ ਪਿਆਓ ਮਹਾਰਾਜ ਨੇ ਕਿਹਾ। ਹੁਣ ਸੰਤੋਖਾ ਰਿਖੀ ਸੀ, ਉਹ ਕੋਈ ਛੋਟੀ ਉਮਰ ਸੀ ਉਸ ਦੀ। ਤੇ ਮਹਾਰਾਜ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਵੇਲੇ ਜਦੋਂ ਸਰੋਵਰ ਦੀ ਖੁਦਬਾਈ ਕਰ ਰਹੇ ਸੀ ਮਹਾਰਾਜ ਸਾਹਿਬ ਸੰਤੋਖਸਰ ਦੀ, 5 ਸਰੋਵਰ ਨਾ ਅੰਮ੍ਰਿਤਸਰ ਸਾਹਿਬ, ਉਹ ਪੜਦਿਆਂ ਕਹੀ ਕਿਸੇ ਪੱਕੇ ਥਾਂ ਤੇ ਜਾ ਕੇ ਵੱਜਣ ਲੱਗ ਪਈ। ਤੇ ਬੜੀ ਕਰੜੀ ਜਗ੍ਹਾ ਆ ਗਈ ਤੇ ਪੱਥਰ ਦੇ ਉੱਤੇ ਗੈਂਤੀਆਂ ਕੜੀਆਂ ਲੱਗਣ ਲੱਗੀਆਂ। ਗੁਰੂ ਅਰਜਨ ਦੇਵ ਜੀ ਕੋਲ ਜਾ ਕੇ ਸਿੱਖਾਂ ਨੂੰ ਬੇਨਤੀ, ਮਹਾਰਾਜ ਬੜਾ ਕਰੜਾ ਜਾ ਇੱਕ ਥਾਂ ਆ ਗਿਆ ਹੈ, ਵੀ ਐ ਪੱਥਰ ਜਿਹਾ ਹੀ ਦਿਖ ਰਿਹਾ, ਕੋਈ ਵੀ ਕੀ ਹੁਕਮ ਹੈ? ਮਹਾਰਾਜ ਹੱਸ ਕੇ ਕਹਿੰਦੇ ਸੰਭਾਲ ਕੇ ਪੜਿਓ। ਬਾਬਾ ਬੁੱਢਾ ਸਾਹਿਬ ਨੂੰ ਕਹਿੰਦੇ ਤੁਸੀਂ ਕੋਲ ਜਾਓ, ਉਹ ਮੱਠ ਹੈ। ਕਹਿੰਦੇ ਉਹ ਮੱਠ ਦੇ ਵਿੱਚ ਇੱਕ ਯੋਗੀ ਬੈਠਾ ਹੈ, ਸੰਭਾਲ ਕੇ ਬਾਹਰ ਕੱਢਿਓ। ਇਤਿਹਾਸ ਸਾਰਾ ਬਚਨ ਹੁੰਦਾ ਹੈ। ਉਹ ਪੜਦਿਆਂ ਮੱਠ ਨਿਕਲਿਆ ਆ ਤੇ ਉਹ ਪੱਥਰ ਦੀ ਉਹ ਸਿਲਾ ਮੂਹਰੇ ਖਿੜਕੀ ਲੱਗੀ। ਕਹਿਣ ਲੱਗੇ ਮਹਾਰਾਜ ਦਰਵਾਜ਼ਾ ਹੈ, ਪੱਥਰ ਦੇ ਲੱਗਿਆ ਸਿਲ। ਮਹਾਰਾਜ ਕਹਿੰਦੇ ਇਸ ਤਰ੍ਹਾਂ ਕਰਿਓ, ਖੋਲਿਓ ਨਾ ਹਾਲੇ, ਪਹਿਲਾਂ ਰੂੰ ਲੈ ਕੇ ਆਓ। ਬਹੁਤ ਖੁੱਲੀ ਰੂੰ ਲੈਣ ਦੀ। ਤੇ ਆਲੇ ਦਾਲੇ ਕਹਿੰਦੇ ਵੀ ਬਾਹਰ ਦੇ ਵਾਤਾਵਰਣ ਦੀ ਹਵਾ ਨਾ ਲੱਗ ਜਾਵੇ, ਨਹੀਂ ਨੁਕਸਾਨ ਹੋ ਜੂ ਸਰੀਰ ਦਾ। ਵੀ ਇਹ ਬਾਹਰ ਦਾ ਤਾਪਮਾਨ ਹੋ ਰਿਹਾ, ਅੰਦਰ ਦਾ ਹੋਰ ਹੁੰਦਾ। ਪਰਦਾ ਕਰਕੇ ਪਲੰਘਾ ਤਿਆਰ ਕਰਿਆ ਹੋਇਆ ਤੇ ਉਹ ਜੋਗੀ ਦੀ ਸਮਾਧੀ ਲੱਗਿਆ ਜਿਵੇਂ ਹੱਡੀਆਂ ਦਾ ਪੰਜਰਾ ਹੀ ਹੁੰਦਾ, ਹੋਰ ਕੁਝ ਨਹੀਂ ਹੁੰਦਾ। ਸਮਾਧੀ ਲੱਗੀ ਹੋਈ, ਉਹ ਚੱਕ ਕੇ ਪਲੰਘੇ ਦੇ ਉੱਤੇ ਪਾ ਕੇ ਲੰਮਾ ਉੱਪਰ ਰੂੰ ਹੀ ਚ ਲਪੇਟਦਾ ਸਾਰਾ। ਰੂੰ ਚ ਲਪੇਟ ਕੇ ਫਿਰ ਮਹਾਰਾਜ ਸਾਹਿਬ ਜੀ ਇਹ ਕਹਿਣ ਲੱਗੇ ਗੁਰਸਿੱਖੋ ਵੀ ਹੁਣ ਇਹਦੇ ਸਵਾਸ 10 ਦੁਆਰ ਚੜੇ ਹੋਏ ਨੇ, ਇਹ ਤਾਰਨੇ ਨੇ। ਵੀ ਇੱਕ ਤਾਂ ਸਿਰ ਦੀ ਮਾਲਿਸ਼ ਕਰੋ ਹੌਲੀ ਹੌਲੀ, ਇੱਕ ਇਹਦੇ ਪੈਰਾਂ ਦੀਆਂ ਤਲੀਆਂ ਚਸੋ। ਬਦਾਮ ਰੋਗ ਚਸਿਆ, ਕਸਤੂਰੀ ਵਗੈਰਾ ਸੰਘਾਈ। ਮਹਾਰਾਜ ਨੇ ਆਪਣੀ ਕਿਰਪਾ ਕੀਤੀ, ਤਾਂ ਬਹਾਨੇ ਸੀ ਬਾਹਰ ਦੇ। ਜੋਗੀ ਦੇ ਸਵਾਸ ਚੱਲ ਪਏ। ਹੁਣ ਤਾਣ ਜੇ ਹੈ ਨਹੀਂ, ਹੌਲੀ ਹੌਲੀ ਜੇ ਬੋਲਦਾ ਹੈ ਤਾਂ ਸਮਝ ਨਹੀਂ ਆਉਂਦੀ। ਤੇ ਬੁੱਲ ਫੁਰਕਦੇ ਨੇ। ਬਾਬਾ ਬੁੱਢਾ ਸਾਹਿਬ ਨੇ ਨੇੜੇ ਹੋ ਕੇ ਕੰਨ ਲਾਇਆ, ਕਹਿੰਦੇ ਯੋਗੀ ਰਾਜ ਕੀ ਕਹਿਣਾ ਚਾਹੁੰਦੇ ਹੋ? ਮਹਾਰਾਜ ਨੇ ਤਾਕਤ ਹੋਰ ਦਿੱਤੀ ਬੋਲਣ ਦੀ। ਕਹਿੰਦਾ ਭਾਈ ਤੁਸੀਂ ਕੌਣ ਹੋ? ਮੈਂ ਤਾਂ ਮੱਠ 'ਚ ਬੈਠਾ ਸੀ। ਕਹਿੰਦੇ ਜੀ ਅਸੀਂ ਤਾਂ ਇਨਸਾਨ ਹੀ ਹੈ, ਤੁਸੀਂ? ਕਹਿੰਦਾ ਅੱਛਾ ਯੁੱਗ ਕੌਣ ਹੈ? ਹੈਰਾਨ ਹੋ ਗਏ ਸਾਰੇ। ਮਹਾਰਾਜ ਤਾਂ ਸਰਾਣੇ ਵਾਲੇ ਬੈਠੇ। ਕਹਿੰਦਾ ਵੀ ਯੁੱਗ ਤਾਂ ਇਸ ਵੇਲੇ ਕਲਯੁੱਗ ਹੈ। ਕਹਿੰਦਾ ਓਹੋ ਕਲਯੁੱਗ ਆ ਗਿਆ? ਕਹਿੰਦੇ ਹਾਂ। ਕਹਿੰਦੇ ਜੋਗੀ ਰਾਜ ਤੂੰ ਕਦੋਂ ਕੁ ਬੈਠਾ ਇੱਥੇ ਮੱਠ 'ਚ? ਕਹਿੰਦਾ ਮੈਂ ਤਾਂ ਤ੍ਰੇਤੇ ਦਾ ਬੈਠਾ, ਦੁਆਪਰ ਯੁੱਗ ਲੰਘ ਗਿਆ। ਮੇਰੇ ਗੁਰੂ ਨੇ ਮੈਨੂੰ ਪੁਰਾਣਾ ਜਾਮ ਸਿਖਲਾ ਦਿੱਤਾ ਸੀ। ਮੈਂ 10 ਵਾਰ ਲੰਮੀ ਉਮਰ ਕਰ ਲਈ ਤੇ ਮੈਂ ਆਪਣੇ ਗੁਰੂ ਤੋਂ ਕਲਿਆਣ ਪੁੱਛੀ ਵੀ ਮੇਰੀ ਮੁਕਤੀ ਕਰ ਤੂੰ। ਉਹ ਕਹਿੰਦਾ ਮੁਕਤੀ ਤਾਂ ਮੈਂ ਦੇ ਨਹੀਂ ਸਕਦਾ, ਮੁਕਤੀ ਦੇ ਦਾਤੇ ਨੇ ਤਾਂ ਕਲਯੁੱਗ ਵਿੱਚ ਪ੍ਰਗਟ ਹੋਣਾ। ਤੇਰੀ ਵਸਤੂ ਉਹਨਾਂ ਦੇ ਕੋਲ ਹੈ, ਉਹ ਤੈਨੂੰ ਮੁਕਤ ਕਰਨਗੇ। ਰਾਜਯੋਗ ਦੀ ਗੱਦੀ ਚੱਲੂ, ਕਲਯੁੱਗ ਦੇ ਰਾਖੇ ਗੁਰੂ ਨਾਨਕ ਆਉਣਗੇ ਪਰਮੇਸ਼ਰ ਦਾ ਸਰੂਪ। ਉਹਨਾਂ ਦੇ 5ਵੇਂ ਥਾਂ ਤੇ ਗੁਰੂ ਅਰਜਨ ਦੇਵ ਜੀ ਹੋਣਗੇ ਤੇ ਉਹ ਤੇਰੀ ਕਲਿਆਣ ਕਰਨਗੇ। ਕਹਿੰਦਾ ਉਹ ਭਾਈ ਜੇ ਕਲਯੁੱਗ ਆ ਗਿਆ ਤਾਂ ਦੱਸੋ ਵੀ ਗੁਰੂ ਨਾਨਕ ਸਾਹਿਬ ਆ ਲਏ? ਕਹਿੰਦੇ ਹਾਂ ਜੀ ਆ ਲਏ। ਕਹਿੰਦੇ ਹੁਣ ਉਹਨਾਂ ਦੀ ਗੱਦੀ ਤੇ ਕੌਣ ਹੈ? ਕਹਿੰਦੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਕਹਿੰਦੇ ਵੀ ਸਿੱਖੋ ਜਲਦੀ ਕਰੋ, ਮੈਨੂੰ ਗੁਰੂ ਦੇ ਦਰਸ਼ਨ ਕਰਾਓ। ਮਹਾਰਾਜ ਬੈਠੇ ਸਰਾਣੇ ਵਾਲੇ ਪਾਸੇ। ਕਹਿੰਦੇ ਵੀ ਆਹ ਗੁਰੂ ਸਾਹਿਬ। ਮਹਾਰਾਜ ਕਹਿੰਦੇ ਜੋਗੀ ਮੈਂ ਤੇਰੇ ਕੋਲ ਹੀ ਹਾਂ। ਬਸ ਉਸੇ ਵੇਲੇ ਸਾਧ ਸਿੰਘ ਕਰਵਟ ਲੈ ਕੇ ਨਾ ਕਹਿੰਦਾ ਵੀ ਮੇਰਾ ਮੱਥਾ ਗੁਰੂ ਨਾਨਕ ਦੇ ਚਰਨਾਂ ਤੇ 5ਵੇਂ ਥਾਂ ਤੇ ਜਿਹੜੇ ਗੱਦੀ ਦੇ ਮਾਲਕ, ਚਰਨ ਫੜੇ, ਚਰਨ ਸਪਰਸ਼ ਕਰਦਿਆਂ ਹੀ ਹੋਰ ਤਾਣ ਆਇਆ। ਮਹਾਰਾਜ ਸੰਭਾਲ ਕੇ ਬੈਠੇ। ਕਹਿੰਦੇ ਜੋਗੀ ਦੱਸ ਕੀ ਚਾਹੁੰਦਾ? ਜੇ ਹੋਰ ਉਮਰ ਚਾਹੁੰਦਾ ਤਾਂ ਜਿੰਨਾ ਚਿਰ ਮਰਜੀ ਹੋਰ ਜੀ ਲੈ, ਨਹੀਂ ਜਿਸ ਮਕਸਦ ਦੇ ਲਈ ਕਾਲਣਾ ਕਾਲੀ ਹੈ ਨਾ, ਉਹਦੇ ਨਾਂ ਤੇ ਸੰਤੋਖਸਰ ਹੈ ਨਾ, ਸੰਤੋਖਾ ਰਿਸ਼ੀ ਹੈ ਉਹਦਾ ਨਾਂ। ਫੂਟੋ ਆਂਡਾ ਭਰਮ ਕਾ ਮਨੇ ਪਿਆ ਪ੍ਰਗਾਸ। ਮਹਾਰਾਜ ਸਾਹਿਬ ਨੇ ਫਿਰ ਉਹ ਬ੍ਰਹਮ ਗਿਆਨ
ਇੱਕੋ ਹੀ ਸ਼ਬਦ ਦੁਆਰਾ ਕਰਾਇਆ। ਗੁਰੂ ਅਰਜਨ ਦੇਵ ਦਾ ਸ਼ਬਦ ਅੱਗੇ ਚੱਲ ਕੇ ਆਊਗਾ ਲੜੀਵਾਰ ਕਥਾ 'ਚ। ਬ੍ਰਹਮ ਗਿਆਨ ਹੋ ਗਿਆ। ਬ੍ਰਹਮ ਗਿਆਨ ਹੋਣ ਤੋਂ ਬਾਅਦ ਮਹਾਰਾਜ ਨੇ ਜਦੋਂ ਪੁੱਛਿਆ, ਕਹਿੰਦੇ ਦੱਸ ਹੁਣ ਕੀ ਚਾਹੁੰਦਾ ਤੇ ਲੰਮੀ ਉਮਰ ਚਾਹੀਦੀ ਹੈ। ਕਹਿੰਦਾ ਮਹਾਰਾਜ ਲੰਮੀ ਉਮਰ ਤਾਂ ਬਥੇਰੀ ਹੰਢਾ ਲਈ, ਲੰਮੀ ਉਮਰ 'ਚ ਕੀ ਲੱਭਿਆ? ਜਿਹੜਾ ਕੁਝ ਤੁਹਾਡੇ ਇੱਕ ਘੜੀ ਦੇ ਵਿੱਚ ਲੱਭਿਆ, ਮੈਨੂੰ ਤਾਂ 3 ਯੁੱਗਾਂ 'ਚ ਨਹੀਂ ਲੱਭਿਆ। ਇਹ ਹੁਣ ਮੈਨੂੰ ਆਤਮਾ ਦੀ ਲਖਤਾ ਹੋ ਗਈ, ਮਹਾਰਾਜ ਮੈਨੂੰ ਹੁਣ ਤੋਰ ਦਿਓ ਆਪਣੇ ਹੱਥੀਂ, ਤੇ ਮੈਂ ਹੁਣ ਜੋ ਪਾਉਣਾ ਸੀ ਪਾ ਲਿਆ। ਹੁਣ ਇਹ ਖੱਲੜ ਕਾਹਦੇ ਲਈ ਰੱਖਣਾ? ਹੁਣ ਤਾਂ ਬੋਝ ਲੱਗਦਾ, ਸਰੀਰ ਤਿਆਗ ਕੇ ਸੱਚਖੰਡ ਚਲਿਆ। ਤੋ ਇਸ ਕਰਕੇ ਇੰਨੀਆਂ ਲੰਮੀਆਂ ਉਮਰਾਂ ਵਾਲੇ ਸੰਸਾਰ ਵਿੱਚ ਹੋ ਵਿਚਰੇ। ਮਹਾਰਾਜ ਕਹਿੰਦੇ ਹੋਰ ਦਸੂਣੀ ਹੋਏ, ਐਡੀ ਵੱਡੀ ਉਮਰ ਵੀ ਹੋ ਜਾਵੇ ਫੇਰ ਕੀ ਹੋ ਗਿਆ? ਲੰਮੀ ਉਮਰ ਕਾਗਾ ਨਾਗਾਂ ਦੀ ਥੋੜ੍ਹੀ ਹੈ। ਮਹਾਰਾਜ ਨੇ ਖੰਡਨ ਕਰਤਾ, ਕਹਿੰਦੇ ਇਹ ਉਮਰਾਂ ਦੇ ਨਾਲ ਕੀ ਪ੍ਰਾਪਤ ਹੋ ਜਾਂਦਾ ਹੈ? ਨਵਾ ਖੰਡਾ ਵਿੱਚ ਜਾਣੀਐ, ਨਾਲ ਚੱਲੈ ਸਭ ਕੋਏ। ਇਹ ਸਿੱਧੋ ਜੇਕਰ ਪੁਰਸ਼ 9 ਖੰਡ ਜਿਹੜੇ ਨੇ ਸਾਰੀ ਧਰਤੀ ਉਹਨਾਂ ਤੇ ਜਾਣਿਆ ਜਾਵੇ, ਤੇ ਸਭ ਕੋਈ ਸਾਰੇ ਲੋਕ ਸਤਿਕਾਰ ਵਾਸਤੇ ਨਾਲ ਵੀ ਤੁਰਨ ਉਹਦੇ ਅੱਗੇ ਪਿੱਛੇ, ਜਿਵੇਂ ਅਫਸਰਾਂ ਦੇ, ਮਿਨਿਸਟਰਾਂ ਦੇ, ਪ੍ਰਧਾਨ ਮੰਤਰੀ ਦੇ ਤੁਰੇ ਫਿਰਦੇ ਨੇ, ਐਕਣ ਸਤਿਕਾਰ ਵਾਸਤੇ ਨਾਲ ਚੱਲੇ ਸਭ ਕੋਈ। ਤੇ ਫੇਰ ਵੀ ਕੀ ਹੋ ਜਾਊਗਾ? ਸਿੱਧਾ ਨੇ ਤਾਂ ਸਿਰਫ ਉਮਰ ਦੀ ਗੱਲ ਕੀਤੀ ਸੀ। ਮਹਾਰਾਜ ਸਾਹਿਬ ਕਹਿੰਦੇ 9 ਖੰਡਾਂ ਦੇ ਵਿੱਚ ਪ੍ਰਸਿੱਧੀ ਵੀ ਹੋ ਜਾਵੇ। 9 ਖੰਡ ਕਿਹੜੇ ਨੇ? ਸਾਰੀ ਧਰਤੀ 9 ਖੰਡਾਂ 'ਚ ਵੰਡੀ ਹੋਈ ਹੈ। ਇੱਕ ਅਜਨਾਬ ਰਾਜਾ ਹੋਇਆ, ਬਹੁਤ ਵੱਡਾ ਪ੍ਰਤਾਪੀ ਰਾਜਾ ਸੀ। ਅਜਨਾਬ ਸੀ ਉਹਦਾ ਨਾਮ। ਉਹਦੇ ਪੁੱਤਰਾਂ ਦੇ ਨਾਮ ਤੇ ਸਾਰੇ ਖੰਡ ਜਿਹੜੇ ਨੇ ਉਹਨਾਂ ਦੇ ਨਾਂ ਤੇ ਇੱਕ ਉਹਨੇ ਰਾਜ ਦਿੱਤਾ ਸੀ, ਸਾਰਿਆਂ ਨੂੰ ਵੰਡ ਕੇ ਰਾਜ ਦਿੱਤਾ ਸੀ। 9 ਸੀ ਪੁੱਤ ਉਹਦੇ, ਤੇ ਭਰਤ ਨਾਮ ਦਾ ਉਹਦਾ ਹੀ ਪੁੱਤਰ ਸੀ, ਉਹਦੇ ਨਾਂ ਤੇ ਭਾਰਤ ਖੰਡ ਹੈ। ਜੰਮੂ ਦੀਪ ਦੇ ਅੰਦਰ 9 ਖੰਡ ਨੇ, ਜੋ ਨਦੀਆਂ ਸਮੇਰ ਪਰਬਤ ਤੋਂ ਹੇਠਾਂ ਉਤਰਦੀਆਂ ਨਾ, ਤੇ ਉਹਨਾਂ ਨਦੀਆਂ ਦੇ ਵਿਚਕਾਰਲੀ ਜਿਹੜੀ ਜਗ੍ਹਾ ਹੈ, ਵਿਚਕਾਰਲੀ ਜਿਹੜੀ ਧਰਤੀ ਹੈ, ਜਿਵੇਂ ਭਾਰਤ ਖੰਡ ਪਿਆ ਹੈ, ਬਾਕੀ ਦੇ ਇਸੇ ਤਰ੍ਹਾਂ ਨਾ। ਤੇ ਇਹਨਾਂ ਦਾ ਇਸ ਪ੍ਰਕਾਰ ਇਹ ਮੰਨਿਆ ਹੈ ਕਿ ਇੱਕ ਤਾਂ ਹੈ ਕੁਰੂ ਖੰਡ ਪਹਿਲਾ, ਹਿਰਣਮਯ ਖੰਡ, ਇਲਾਵਰਤ ਖੰਡ, ਕੇਤਮਾਲ ਖੰਡ, ਹਰਵਰਖ ਖੰਡ, ਰਮਿਆ ਖੰਡ, ਕਿੰਗਪੁਰ ਖੰਡ, ਭੱਦਰ ਖੰਡ, ਭਾਰਤ ਖੰਡ। ਤੇ ਵਿਦਵਾਨਾਂ ਨੇ ਇਉਂ ਮੰਨਿਆ ਵੀ ਸਮੇਰ ਪਰਬਤ ਤੋਂ ਦੱਖਣ ਵਾਲੇ ਪਾਸੇ 3 ਪਰਬਤ ਨੇ, ਹਿਮਾਲਿਆ ਪਰਬਤ ਹੈ, ਹੇਮਕੁੰਡ ਤੇ ਨਿਖਦ। ਇਹਨਾਂ ਤਿੰਨਾਂ ਦੇ ਦੱਖਣ ਸਮੁੰਦਰ ਦੇ ਹਿਮਾਲਿਆ ਦੇ ਵਿਚਕਾਰ ਭਾਰਤ ਖੰਡ ਹੈ। ਹਿਮਾਲਿਆ ਤੇ ਹੇਮਕੁੰਡ ਦੇ ਵਿਚਕਾਰ ਕਿੰਗਪੁਰ ਖੰਡ ਹੈ। ਹੇਮਕੁੰਡ ਤੇ ਨਿਖਦ ਪਰਬਤ ਦੇ ਵਿਚਕਾਰ ਜਿਹੜਾ ਉਹ ਹਰਵਰਖ ਖੰਡ ਹੈ। ਇਸੇ ਤਰ੍ਹਾਂ ਸਮੇਰ ਤੇ ਪੂਰਬੀ ਵਾਲੇ ਪਾਸੇ ਮਾਲਿਆਵਾਨ ਪਰਬਤ ਹੈ। ਮਾਲਿਆਵਾਨ ਪਾਰ ਤੇ ਲਵਣ ਸਮੁੰਦਰ ਦੇ ਵਿਚਕਾਰ ਭੱਦਰ ਖੰਡ ਹੈ। ਸਮੇਰ ਦੇ ਪੱਛਮੀ ਤਰਫ ਗੰਧਮਾਨ ਪਰਬਤ ਹੈ, ਤੇ ਗੰਧਮਾਨ ਅਤੇ ਲਵਣ ਸਮੁੰਦਰ ਦੇ ਵਿਚਕਾਰ ਕੇਤਮਾਲ ਖੰਡ ਹੈ। ਇਸ ਤਰ੍ਹਾਂ ਸਮੇਰ ਤੇ ਉੱਤਰੀ ਪਾਸੇ 3 ਪਰਬਤ ਨੇ, ਨੀਲ ਪਰਬਤ, ਸਵੇਤ ਪਰਬਤ, ਸਿੰਗਰਵਾਨ ਪਰਬਤ। ਸਿੰਗਵਾਨ ਪਰਬਤ ਦਾ ਨਾਂ ਹੈ। ਨੀਲ ਅਤੇ ਸਮੇਤ ਪਰਬਤ ਦੇ ਵਿਚਕਾਰ ਜਿਹੜਾ ਰਮਿਆਕ ਖੰਡ ਹੈ, ਸਵੇਤ ਅਤੇ ਸਿੰਗਰਾਲ ਪਰਬਤ ਦੇ ਵਿਚਕਾਰ ਹਿਰਣਮਯ ਖੰਡ ਹੈ। ਉੱਤਰ ਦੇ ਪਾਸੇ ਸਮੁੰਦਰ ਤੇ ਸਿੰਗਰਾਲ ਪਰਬਤ ਦੇ ਵਿਚਕਾਰ ਕੁਰੂ ਖੰਡ ਹੈ, ਅਤੇ ਸਮੇਰ ਪਰਬਤ ਦੇ ਚਾਰੇ ਪਾਸੇ ਫੈਲਿਆ ਇਲਾਵਰਤ ਖੰਡ ਹੈ। ਇਹ 9 ਖੰਡ ਨੇ। ਮਹਾਰਾਜ ਕਹਿੰਦੇ ਇਹਨਾਂ 9 ਖੰਡਾਂ ਦੇ ਵਿੱਚ ਜੇ ਜਾਣਿਆ ਜਾਵੇ, ਪ੍ਰਸਿੱਧੀ ਹੋ ਜਾਵੇ, ਫੇਰ ਵੀ ਕੀ ਹੈ? ਚੰਗਾ ਨਾਉ ਰਖਾਇ ਕੈ, ਜਸ ਕੀਰਤ ਜਗ ਲੇ। ਤੇ ਚੰਗਾ ਨਾਉ ਰਖਾਇ ਕੈ, ਪੀਰ ਪੈਗੰਬਰਾਂ ਵਾਲਾ ਚੰਗਾ ਨਾਂ ਰਖਾ ਲਿਆ, ਵੱਡੇ ਵੱਡੇ ਨਾਂ ਆਪਣੇ ਨਾਂ ਨੂੰ ਲਾ ਲਏ, ਤੇ ਫਿਰ ਉਹ ਚੰਗਾ ਨਾਂ ਰਖਾ ਕੇ ਇਸ ਲੋਕ ਵਿੱਚ ਜਸ ਤੇ ਪ੍ਰਲੋਕ ਦੇ ਕੀਰਤੀ ਵੀ ਕਰਾ ਲਈ। ਇਸ ਕਰਕੇ ਇਹ ਫੇਰ ਵੀ ਕੀ ਹੋ ਗਿਆ? ਜੇ ਕੋਈ ਚੰਗਾ ਨਾਮ ਰਖਾ ਕੇ ਆਪਣੇ ਮੁਖ ਤੋਂ ਆਪਣਾ ਜਸ ਤੇ ਪਿੱਠ ਪਿੱਛੇ ਕੀਰਤੀ ਵਡਿਆਈ ਕਰਾ ਲਈ, ਕਿਉਂਕਿ ਜਸ ਤੇ ਕੀਰਤ 2 ਸ਼ਬਦ ਨਾ। ਜੇ ਕੋਈ ਚੰਗਾ ਸ੍ਰੇਸ਼ਟ ਨਾਮ ਰਖਾ ਕੇ ਜਸ ਤੇ ਕਰਾਉਣ ਵਾਲਾ, ਜਿਹੜੇ ਜਸ ਕਰਾਉਣ ਵਾਲੇ ਕਰਮ ਨੇ, ਉਹਨਾਂ ਦੀ ਕੀਰਤ ਦੀ ਕੀ ਜਮਾ ਰਤ, ਉਹਨਾਂ ਦੀ ਰਤ ਪ੍ਰੀਤੀ ਕਰਕੇ ਸੰਸਾਰ ਦੇ ਵਿੱਚ ਵਡਿਆਈ ਕਰਾ ਲਵੇ,
ਤਾਂ ਵੀ ਕੀ ਹੈ। ਜੇ ਤਿਸ ਨਜ਼ਰ ਨ ਆਵਈ ਤਾ ਬਾਤ ਨ ਪੁੱਛੈ ਕੇ। ਜੇ ਕਿ ਜੇਕਰ ਉਹ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਦੇ ਵਿੱਚ ਨਾ ਆਵੇ ਨਾ, ਤਾਂ ਸੰਸਾਰ ਦੇ ਉਹਦੀ ਕੋਈ ਐਸਾ ਸਮਾਂ ਵੀ ਆ ਜਾਂਦਾ, ਕੋਈ ਬਾਤ ਵੀ ਨਹੀਂ ਪੁੱਛਦਾ, ਗੱਲ ਨਹੀਂ ਪੁੱਛਦਾ, ਇਹੋ ਜਿਹਾ ਸਮਾਂ ਆ ਜਾਂਦਾ ਹੈ। ਤੇ ਸੰਸਾਰ ਦੇ ਕਿਆ ਭਾਵ ਮਿਥਿਆ ਰੂਪ ਜਾਣਨੇ ਵਾਲੇ ਜਿਹੜੇ ਸੰਤ ਜਨ, ਉਹ ਮਨੁੱਖ ਦੀ ਕੋਈ ਬਾਤ ਨਹੀਂ ਪੁੱਛਦੇ, ਉਹ ਨਜ਼ਰਅੰਦਾਜ਼ ਕਰ ਦਿੰਦੇ, ਕਹਿੰਦੇ ਇਹ ਕਾਹਦਾ ਬੰਦਾ। ਜੇ ਐਸਾ ਪੁਰਤਿਸ ਉਸ ਵਾਹਿਗੁਰੂ ਦੀ ਨਜ਼ਰ ਦ੍ਰਿਸ਼ਟੀ ਵਿੱਚ ਨਹੀਂ ਲਿਆਉਂਦਾ ਕਿ ਵਾਹਿਗੁਰੂ ਕੋਈ ਹੈ, ਉਹ ਪਰਮਾਤਮਾ ਦੀ ਕੋਈ ਪਰਵਾਹ ਨਹੀਂ ਕਰਦਾ, ਤਾਂ ਫਿਰ ਐਸਾ ਸਮਝ ਆਉਂਦਾ ਹੈ ਵੀ ਉਹਦੀ ਵੀ ਕੋਈ ਬਾਤ ਨਹੀਂ ਪੁੱਛਦਾ। ਫਿਰ ਉਹ ਰੱਬ ਦਾ ਨਿਰਾਦਰ ਕਰਦਾ, ਰੱਬ ਉਹਦਾ ਵੀ ਕਰਾ ਦਿੰਦਾ। ਤੋ ਇਸ ਕਰਕੇ ਇਸ ਤਰ੍ਹਾਂ ਦੀ ਹਾਲਤ ਹੋ ਜਾਂਦੀ ਹੈ। ਫਿਰ ਉਸਦੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਤਰੇ। ਉਹ ਪੁਰਸ਼ ਦੇ ਕੀਟਾ ਕੀੜਿਆਂ ਦੇ ਅੰਦਰ ਕੀੜਾ ਕਰਕੇ ਬਣਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਦੀਆਂ ਜੂਨਾਂ ਉਹਨੂੰ ਮਿਲ ਜਾਂਦੀਆਂ ਨਾ। ਤੇ ਦੋਸ਼ੀ ਲੋਕ ਜਿਹੜੇ ਨੇ, ਤੇ ਉਹਨੂੰ ਭਾਵ ਕੀ ਹੈ, ਜਿਹੜੇ ਉਹਨੇ ਦੋਸ਼ੀ ਦੋਹ ਕਰਕੇ ਕੀ ਜਿਹੜੇ ਮਾੜੇ ਕਰਮ ਕੀਤੇ, ਤੇ ਉਹਨਾਂ ਕਰਮਾਂ ਦੇ ਦੋਸ਼ ਕਰਕੇ ਜਿਵੇਂ ਧਾਰੇ ਜਾਂਦੇ ਨੇ, ਕਿਉਂਕਿ ਦੁੱਖ ਜਿੰਨੇ ਮਿਲਦੇ ਉਹ ਆਪਣੇ ਮਾੜੇ ਕਰਮਾਂ ਦੇ ਫਲ ਹੈ ਨਾ, ਉਹਦੀ ਹਾਲਤ ਇਹੋ ਜਿਹੀ ਹੋ ਜਾਂਦੀ ਹੈ। ਉਹ ਕੀਟਾ ਨਾਮ ਸਮਝ ਲਓ ਵੀ ਕੁੱਤਾ ਹੈ, ਕੁੱਤਾ ਇੱਕ ਕੀੜਾ ਹੀ ਹੈ, ਜੀਵ ਹੈ। ਉਹਦੇ ਵਿੱਚ ਕੀੜ, ਕੁੱਤੇ ਦੇ ਗਾਹਾਂ ਕੀੜੇ ਪੈ ਜਾਂਦੇ ਨੇ, ਕੀਟਾ ਅੰਦਰ ਕੀਟ ਕਰ। ਤੇ ਜਿਸ ਵੇਲੇ ਕੁੱਤੇ ਦੇ ਕੀੜੇ ਪੈ ਜਾਣ, ਦੋਸ਼ੀ ਕੌਣ ਹੈ? ਜਿਹਨੂੰ ਕੋੜ ਹੋਇਆ ਹੋਇਆ ਬੰਦੇ ਨੇ, ਉਹ ਕੋੜੀ ਵੀ ਦੋਸ਼ ਧਰੇ, ਕੁੱਤੇ ਦੇ ਵਿੱਚ ਦੋਸ਼ ਧਰਦਾ, ਕਹਿੰਦੇ ਇਹਨੂੰ ਪਰੇ ਕਰ ਦਿਓ, ਬਹੁਤ ਮਾੜੀ ਬਦਬੂ ਆਉਂਦੀ ਹੈ। ਤੇ ਇਸ ਤਰ੍ਹਾਂ ਦੇ ਕੀੜਿਆਂ ਦੇ ਵਿੱਚ ਉਹ ਕੀੜਾ ਬਣਾਇਆ ਜਾਂਦਾ ਜਾਂ ਰੱਬ ਨੂੰ ਭੁੱਲ ਜਾਵੇ। ਤੇ ਜਿਵੇਂ ਕੀੜਾ ਸੱਪ ਹੈ, ਸੱਪ ਦੇ ਵਿੱਚ ਕੀੜੇ ਪੈ ਜਾਂਦੇ ਨੇ, ਕੀਟਾ ਅੰਦਰ ਕੀਟ ਕਰ, ਉਹਦੇ 'ਚ ਦੋਸ਼ ਧਾਰਿਆ ਜਾਂਦੇ। ਸਭ ਤੋਂ ਮੰਦੀ ਸੱਪ ਜੋਨ ਸੱਪਾਂ ਵਿੱਚ ਕੁਜਾਤ ਕੁਭਾਈ। ਭਗਵਾਨ ਰਾਮਚੰਦਰ ਜੀ ਦੇ ਵੇਲੇ ਇੱਕ ਪ੍ਰਸੰਗ ਆਉਂਦਾ ਹੈ, ਰਿਸ਼ੀ ਗਣਾਂ ਦੀ ਸਭਾ ਲੱਗੀ ਹੋਈ ਹੈ, ਉਹਨਾਂ ਦੇ ਗੁਰਦੇਵ ਵਸ਼ਿਸ਼ਟ ਮੁਨੀ ਜੀ ਸਭਾ 'ਚ ਉਪਸਥਿਤ ਨੇ, ਤੇ ਸਾਹਮਣੇ ਕੀ ਦੇਖ ਰਹੇ ਨੇ? ਇੱਕ ਕੀੜਾ ਸਿੰਘਾਸਨ ਤੇ ਚੜ੍ਹਦਾ, ਲੱਤਾਂ ਟੁੱਟੀਆਂ ਹੋਈਆਂ, ਦੋ ਲੱਤਾਂ ਠੀਕ, ਉਹ ਡਿੱਗ ਜਾਂਦਾ। ਫਿਰ ਰਾਮ ਜੀ ਦਾ ਖਿਆਲ ਉਧਰ ਆਇਆ ਤੇ ਸਰਬਗਤਾਂ ਨਾਲ ਦੇਖਿਆ ਵੀ ਇਹ ਕੀੜਾ ਕੌਣ ਹੈ, ਤੇ ਖਿੜਖਿੜ ਕਰਕੇ ਹੱਸ ਪਏ। ਵਸ਼ਿਸ਼ਟ ਜੀ ਬੋਲੇ, ਕਹਿਣ ਲੱਗੇ, ਰਾਮ, ਇਹ ਰਿਸ਼ੀ ਗਣਾਂ ਦੀ ਸਭਾ ਹੈ, ਇਹਦੀ ਮਰਿਆਦਾ ਹੈ, ਤੇ ਤੁਸੀਂ ਮਰਿਆਦਾ ਪੁਰਸ਼ੋਤਮ ਹੈ, ਤੁਸੀਂ ਕੀ ਕਾਰਨ ਹੈ ਹੱਸੇ ਹੋ? ਕਹਿੰਦੇ ਗੁਰਦੇਵ ਐਵੇਂ ਹੀ ਹੱਸ ਪਿਆ। ਮਤ ਕਹਿੰਦੇ ਨਹੀਂ, ਰੋਣਾ ਤੇ ਹੱਸਣਾ ਅਜਿਹੀਆਂ ਘਟਨਾ ਬਿਨਾਂ ਕਾਰਨ ਤੋਂ ਰੋਣਾ ਨਹੀਂ ਆਉਂਦਾ, ਬਿਨਾਂ ਕਾਰਨ ਤੋਂ ਹੱਸਣਾ ਨਹੀਂ ਆਉਂਦਾ। ਔਰ ਫਿਰ ਸਭਾ 'ਚ ਕਾਰਨ ਕੋਈ ਦਿਸਦਾ ਨਹੀਂ, ਇਹ ਸਾਰਿਆਂ ਨੂੰ ਸ਼ੰਕਾ ਹੋ ਗਈ ਵੀ ਕਿਉਂ ਹੱਸੇ ਹੋ। ਕਹਿੰਦੇ ਗੁਰਦੇਵਾ ਕੀੜਾ ਸੀ, ਇਹ ਕੀੜਾ ਜਿਹੜਾ ਨਾ ਚੜ੍ਹ ਰਿਹਾ ਸੀ ਸਿੰਘਾਸਨ, ਲੱਤਾਂ ਇਹਦੀਆਂ ਟੁੱਟੀਆਂ ਹੋਈਆਂ ਨੇ, ਉਹ ਡਿੱਗਦਾ ਫੇਰ ਚੜ੍ਹਦਾ, ਕਹਿੰਦੇ ਮੇਰਾ ਹਾਸਾ ਨਿਕਲ ਗਿਆ ਦੇਖ ਕੇ। ਕਹਿੰਦੇ ਰਾਮ, ਇਹ ਨਹੀਂ ਬਾਤ। ਅਨੇਕਾਂ ਕੀੜੇ ਤੁਰੇ ਫਿਰਦੇ ਨੇ, ਕਦੇ ਕੀੜਿਆਂ ਕੰਨੀ ਦੇਖ ਕੇ ਤੁਸੀਂ ਹੱਸੇ ਨਹੀਂ। ਹਾਂ, ਇਹਦੇ ਵਿੱਚ ਕੋਈ ਗੂੜ ਰਹੱਸ ਜਿਹੜਾ ਹੈ, ਤੇ ਉਹ ਤੁਸੀਂ ਦੱਸੋ, ਨਹੀਂ ਫਿਰ ਇਹ ਸ਼ੰਕਾ ਬਣ ਜਾਣੀ ਹੈ। ਉਹ ਕਹਿੰਦੇ ਮਹਾਰਾਜ, ਮੈਂ ਇਹ ਗੁਪਤ ਗੱਲ ਹੈ ਵੀ ਤੁਸੀਂ ਹੁਣ ਮੇਰੇ ਗੁਰੂ ਹੋ, ਮੈਂ ਗੁੱਜੀ ਵੀ ਨਹੀਂ ਰੱਖ ਸਕਦਾ। ਜੇ ਤੁਹਾਡਾ ਆਦੇਸ਼ ਹੈ ਫਿਰ ਮੈਂ ਦੱਸ ਦੇਣਾ। ਕਿ ਕਹਿੰਦੇ ਕੀੜਾ ਜਿਹੜਾ ਹੈ, ਜਿਹਦੀਆਂ ਲੱਤਾਂ ਪਿਛਲੀਆਂ ਟੁੱਟੀਆਂ ਹੋਈਆਂ ਨੇ, ਸਿੰਘਾਸਣ ਤੇ ਇਹਨੂੰ ਚੜ੍ਹ ਰਿਹਾ, ਡਿੱਗਦਾ ਹੈ, ਕਹਿੰਦੇ 14 ਵਾਰ ਇੰਦਰਪੁਰੀ ਦਾ ਸਿੰਘਾਸਨ ਇਹਨੂੰ ਮਿਲ ਚੁੱਕਾ ਹੈ, 14 ਵਾਰੀ ਇੰਦਰ ਬਣ ਚੁੱਕਾ ਹੈ, ਸਵਰਗ ਦਾ ਰਾਜਾ। ਕਹਿੰਦੇ ਅਜੇ ਵੀ ਕੁਰਸੀ ਦੀ ਵਾਸ਼ਨਾ ਸਿੰਘਾਸਣ ਦੀ ਗਈ ਨਹੀਂ, ਕਹਿੰਦੇ ਅਜੇ ਵੀ ਮੇਰੇ ਵਾਲੇ ਸਿੰਘਾਸਣ ਵੱਲ ਨੂੰ ਆ ਰਿਹਾ। ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰੇ। ਤੇ ਉਸ ਵੇਲੇ ਭਗਵਾਨ ਜੀ ਦੇ ਗੁਰਦੇਵ ਨੇ ਕਿਹਾ ਸੀ, ਕਹਿੰਦੇ ਰਾਮ, ਇਹਨਾਂ ਨੂੰ ਇੱਕ ਘੜੀ ਵਾਸਤੇ ਸਰਵਗਤਾ ਬਖਸ਼ ਦੇ, ਸਾਰਿਆਂ ਨੂੰ ਪਤਾ ਲੱਗ ਜਾਏ, ਨਹੀਂ ਕਹਿਣਗੇ ਖਾਨੀ ਮਿਥਿਆ ਹੀ ਕਥਨ ਕਰ ਦਿੱਤਾ। ਰਾਮ ਜੀ ਨੇ ਸਰਵਗਤਾ ਬਖਸ਼ੀ। ਸਭ ਰਿਸ਼ੀਆਂ ਨੇ ਕਿਹਾ ਮਹਾਰਾਜ ਧੰਨ ਹੋ ਤੁਸੀਂ, ਇਹ ਵਾਕਈ 14 ਵਾਰ ਇੰਦਰ ਬਣ ਚੁੱਕਾ ਹੈ, ਦਿਖਾ ਦਿੱਤੇ, ਦਿਵ ਨੇਤਰ ਦੇ ਦਿੱਤੇ। ਤੋ ਇਸ ਕਰਕੇ ਇੰਦਰ ਲੋਕ शिव लोक कह जाए वो ओछे तब कर बह आए वो। फिर की हुंदा है? फिर तो ਉਹੀ ਹੁੰਦੀ ਹੈ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹ ਸੰਸਾਰ ਨੂੰ ਤਾਰਦੇ ਹੋਏ ਮਾਲਵੇ ਦੀ ਧਰਤੀ 'ਚ ਵਿਚਰ ਰਹੇ ਸੀ ਮਹਾਰਾਜ,
ਲਦਾਈ ਕੇ ਪਿੰਡ ਹੈ, ਕਲਿਆਣਸਰ ਗੁਰਦੁਆਰਾ ਬਣਿਆ ਹੋਇਆ ਉੱਥੇ। ਜਦੋਂ ਉੱਥੇ ਮਹਾਰਾਜ ਜੰਗਲ ਸੀ ਬਾਰ-ਬਾਰ, ਤਾਂ ਇੱਕ ਸੱਪ, ਬਹੁਤ ਭਾਰੀ ਸੱਪ, ਫਣ ਚੱਕਦਾ ਹੈ ਤੇ ਡਿੱਗਦਾ ਵੀ ਹੈ, ਡਿੱਗਦਾ ਪੈਂਦਾ, ਆਉਂਦਾ ਸਿੱਧਾ ਮਹਾਰਾਜ ਵਾਲੇ ਪਾਸੇ ਨੂੰ, ਸਿੱਧਾ ਹੋ ਲਿਆ ਗੁਰੂ ਹਰਗੋਬਿੰਦ ਸਾਹਿਬ ਪਾਸੇ ਨੂੰ। ਭਾਈ ਬਿਧੀ ਚੰਦ ਸਾਵਧਾਨ ਰਹਿੰਦੇ ਸੀ ਹਰ ਵੇਲੇ, ਕਹਿੰਦੇ ਮਹਾਰਾਜ ਸੱਪ ਆ ਰਿਹਾ, ਆਗਿਆ ਕਰੋ ਮੈਂ ਇਹਨੂੰ ਮਾਰਦਾ। ਮਹਾਰਾਜ ਕਹਿੰਦੇ ਨਾ, ਤੂੰ ਨਾ ਮਾਰੀ ਇਹਨੂੰ। ਕਹਿੰਦੇ ਮਹਾਰਾਜ ਫਿਰ ਤੁਹਾਡੇ ਕਿੰਨੀ ਤੁਰਿਆ ਆ ਰਿਹਾ। ਸਿੱਖਾਂ ਦਾ ਧਰਮ ਹੈ ਵੀ ਗੁਰੂ ਦੇ ਦੋਖੀ ਨੂੰ ਥੋੜੀ ਛੱਡਦੇ ਸਿੱਖ, ਇਹ ਗੁਰੂ ਦਾ ਦੋਖੀ। ਮਹਾਰਾਜ ਕਹਿੰਦੇ ਨਹੀਂ, ਦੋਖੀ ਨਹੀਂ, ਸਾਡੀ ਖੇਡ ਦੇ ਵਿੱਚ ਨਾ ਇਹਨੂੰ ਆਉਣ ਦੇ, ਇਹਦਾ ਸਮਾਂ ਆ ਗਿਆ। ਮਹਾਰਾਜ ਦੇ ਕੋਲ ਆ ਕੇ ਖੜ ਗਿਆ। ਮਹਾਰਾਜ ਨੇ ਦੇਖਿਆ, ਕਹਿੰਦੇ ਅੱਛਾ। ਮਹਾਰਾਜ ਸਾਹਿਬ ਨੇ ਆਪਣਾ ਜੋੜੇ ਦੇ ਚੋਂ ਪੈਰ ਸੱਜਾ ਕੱਢਿਆ ਤੇ ਉਹਦੇ ਸਿਰ ਦੇ ਉੱਤੇ, ਫਣ ਦੇ ਉੱਤੇ ਇਸ ਤਰ੍ਹਾਂ ਲਾ ਦਿੱਤਾ। ਪਰ ਲਾਉਣ ਦੀ ਦੇਰ ਸੀ ਜਦੋਂ ਪ੍ਰਾਣ ਤਿਆਗ ਗਏ। ਜਦੋਂ ਪ੍ਰਾਣ ਤਿਆਗੇ ਫਿਰ ਬਿਧੀ ਚੰਦ ਕਹਿਣ ਲੱਗਿਆ, ਮਹਾਰਾਜ ਵੀ ਹੁਣ ਗੱਲ ਗੁਪਤੀ ਨਾ ਰੱਖੋ, ਰਾਮਚੰਦਰ ਵਾਂਗੂ ਜਿਵੇਂ ਉਹ ਕੀੜੇ ਦੀ ਗੱਲ ਕਹੀ ਸੀ। ਇਹ ਕੌਣ ਹੈ? ਮਹਾਰਾਜ ਕਹਿੰਦੇ ਇਹ ਵਿਦਵਾਨ ਸੀ, ਬਹੁਤ ਵੱਡਾ ਪੰਡਤ, ਤੇ ਆਪਣੇ ਆਪ ਨੂੰ ਬ੍ਰਹਮਵੇਤਾ ਕਹਾਉਂਦਾ ਸੀ। ਬ੍ਰਹਮਵੇਤਾ ਹੈ ਨਹੀਂ ਸੀ। ਪੂਜਾ ਕਰਾਉਣ ਵਾਸਤੇ ਚੇਲੇ ਚੇਲੀਆਂ ਬਹੁਤ ਬਣਾਏ ਹੋਏ ਸੀ ਇਹਨੇ, ਤੇ ਉਹਨਾਂ ਨੂੰ ਕਹਿੰਦਾ ਸੀ ਵੀ ਮੈਂ ਤੁਹਾਨੂੰ ਮੁਕਤੀ ਦੇਵਾਂਗਾ, ਤੁਸੀਂ ਮੈਨੂੰ ਪਦਾਰਥ, ਉਹਨਾਂ ਦੇ ਪਦਾਰਥ ਖਾਏਂਗੇ, ਮੁਕਤੀ ਤਾਂ ਇਹਦੀ ਆਪ ਨਹੀਂ ਹੋਈ। ਉਹਨਾਂ ਤੋਂ ਕਹਾਂ ਦੇ ਕਬੀਰ, ਮਾਏ ਮੁੰਡੋ ਤਹਿ ਗੁਰੂ ਕੀ ਜਾਤੇ ਭਰਮ ਨਾ ਜਾਏ, ਆਪ ਡੁੱਬੇ ਚੋ ਵੇਦ ਮੇਂ ਚੇਲੇ ਦੀਏ ਬਹਾਏ। ਇਹ ਇਸ ਕਰਕੇ ਫਿਰ ਮਰ ਕੇ ਹੁਣ ਸੱਪ ਦੀ ਜੂਨ ਇਹਨੂੰ ਮਿਲੀ ਹੈ। ਗੁਰੂ ਕਹਾਉਣਾ ਹੀ ਸੌਖਾ ਹੈ, ਕਹਿੰਦੇ ਫਿਰ ਸੱਪਾਂ ਦੀਆਂ ਜੂਨਾਂ ਮਿਲਦੀਆਂ ਨੇ। ਦੇਖ ਲਓ ਭਾਈ ਗੁਰਸਿੱਖੋ, ਉਹਦੇ ਵਿੱਚੋਂ ਜਿਹੜੀ ਚੇਤਨਾ ਨਿਕਲੀ, ਮਹਾਰਾਜ ਕਹਿੰਦੇ ਤੂੰ ਆਪਣਾ ਹਾਲ ਆਪ ਹੀ ਸੁਣਾ ਦੇ। ਫਿਰ ਉਹਨੇ ਪ੍ਰਕਾਸ਼ਮੈ ਸਰੂਪ ਜਿਹੜਾ ਸੀ ਉਹ ਧਾਰਨ ਕਰਕੇ ਉਹਨੇ ਹੱਥ ਜੋੜ ਕੇ ਕਿਹਾ, ਗਰੀਬ ਨਵਾਜ ਤੁਸੀਂ ਮੇਰੀ ਕਲਿਆਣ ਕਰ ਦਿੱਤੀ। ਇਹ ਮੇਰੀ ਸੱਪ ਦੀ ਦੇਹ 'ਚ ਮੈਂ ਬਹੁਤ ਦੁਖੀ, ਇਹਦੇ 'ਚ ਸੁਰਾਖ ਹੋਏ ਪਏ, ਕੀੜਿਆਂ ਨੇ ਖਾ ਖਾ ਕੇ ਮੇਰੀ ਚਮੜੀ 'ਚ ਸੁਰਾਖ ਕਰੇ ਪਏ। ਤੇ ਮਹਾਰਾਜ ਸਾਹਿਬ ਕਹਿੰਦੇ ਆਪਣੀ ਵਿਥਿਆ ਆਪ ਕਹੋ ਕਿ, ਕਹਿੰਦਾ ਜੀ ਜਿਹੜੇ ਮੈਂ ਚੇਲੇ ਚੇਲੀਆਂ ਦਾ ਪਦਾਰਥ ਖਾਂਦਾ ਰਿਹਾ ਤੇ ਉਹ ਹੁਣ ਸਾਰੇ ਮੇਰੇ ਕੀੜੇ ਬਣ ਕੇ, ਚਿੱਟੇ ਰੰਗ ਦੇ ਬਰੀਕ ਬਰੀਕ ਕੀੜੇ ਜਿਹੜੇ ਸੀ, ਉਹ ਚੇਲੇ ਚੇਲੀਆਂ ਸਾਰਾ ਹੀ ਮੇਰੇ ਜਿਸਮ ਦੇ ਵਿੱਚ ਹੀ ਨਾ ਮੈਨੂੰ ਖਾ ਰਹੇ ਨੇ ਹੁਣ। ਤੇ ਮਹਾਰਾਜ ਨੂੰ ਤਰਸ ਆਇਆ, ਕਹਿੰਦੇ ਚੰਗਾ, ਜਾਂ ਤੇਰੀ ਕਲਿਆਣ ਕੀਤੀ, ਤੇਰੇ ਚੇਲੇ ਚੇਲੀਆਂ ਨੂੰ ਮਨੁੱਖਾ ਸਿਰੇ ਮਿਲ ਜੂਗਾ। ਜੇ ਸਿੱਖੀ ਧਾਰਨ ਕਰਨਗੇ ਕਹਿੰਦੇ ਫਿਰ ਉਹਨਾਂ ਦਾ ਬਚਾਅ ਹੋ ਜਾਊਗਾ, ਕਲਿਆਣ ਹੋ ਜਾਊਗੀ। ਤੇਰੀ ਤਾਂ ਸਿੱਧੇ ਤੌਰ ਤੇ ਹੋ ਗਏ। ਮਹਾਰਾਜ ਨੇ ਕਿਉਂ ਸਾਰਿਆਂ ਦਾ ਉਹਨਾਂ ਦੀ ਕਲਿਆਣ ਕੀਤੀ ਹੈ। ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੇ, ਇਹਦੇ ਤੇ ਵਿਚਾਰ। ਅੱਗੇ ਹੁਣ ਮਹਾਰਾਜ ਸਾਹਿਬ ਜੀ ਹੋਰ ਫਰਮਾਨ ਕਰਦੇ ਹਨ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੀ ਮੋਹਰ ਲਾਈ ਸ਼ਬਦ ਦੇ ਵਿੱਚ, ਨਾਨਕ ਨਿਰਗੁਣ ਗੁਣ ਕਰੇ। ਉਹ ਵਾਹਿਗੁਰੂ ਐਸਾ ਦਿਆਲੂ ਹੈ ਜੋ ਨਿਰਗੁਣ, ਕਿਹੜੇ ਜਿਹੜੇ ਸ਼ੁਭ ਗੁਣਾਂ ਤੋਂ ਰਹਿਤ ਨੇ, ਜਿਨ੍ਹਾਂ ਦੇ ਬੱਲੇ ਨਾ ਸੱਤ ਹੈ, ਨਾ ਸੰਤੋਖ ਹੈ, ਨਾ ਦਇਆ ਹੈ, ਨਾ ਧਰਮ ਹੈ, ਕੁਝ ਵੀ ਨਹੀਂ ਹੈ ਬੱਲੇ। ਤੇ ਉਹਨਾਂ ਨੂੰ ਨਿਰਗੁਣਿਆਂ ਵਾਲਿਆਂ ਨੂੰ ਗੁਣ ਕਰੇ। ਉਹ ਸਤ ਸੰਗਤ ਕਰਦੇ ਨੇ, ਵਾਹਿਗੁਰੂ ਦੀ ਕਿਰਪਾ ਦੇ ਨਾਲ ਫਿਰ ਉਹਨਾਂ ਨੂੰ ਇਹ ਸ਼ੁਭ ਗੁਣ ਪ੍ਰਾਪਤ ਹੋ ਜਾਂਦੇ ਨੇ। ਸਤ ਸੰਤੋਖ ਦਇਆ ਧਰਮ ਦਇਆਵਾਨ ਬਣ ਜਾਂਦੇ। ਜਿਹੜੇ ਗੁਣਵੰਤੇ ਨੇ, ਜਿਨ੍ਹਾਂ ਨੂੰ ਸਤ ਸੰਤੋਖ ਦਇਆ ਧਰਮ ਸਤ ਸੰਗਤ ਕਰਕੇ ਪਹਿਲੀ ਹੀ ਪ੍ਰਾਪਤ ਹੈ, ਉਹ ਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ। ਪਰਮੇਸ਼ਰ ਉਹਨਾਂ ਨੂੰ ਗੁਣਵੰਤਿਆਂ ਨੂੰ ਗੁਣ ਦੇ, ਉਹਨਾਂ ਨੂੰ ਬ੍ਰਹਮ ਗਿਆਨ ਦਾ ਗੁਣ ਦੇ ਦਿੰਦਾ। ਜਿਹਦੇ ਕੋਲ ਗੁਣ ਨਹੀਂ ਉਹਨਾਂ ਨੂੰ ਸਤ ਸੰਤੋਖ ਦਾ, ਗੁਣਵੰਤਿਆਂ ਗੁਣ ਦੇ। ਜਿਸ ਤਰ੍ਹਾਂ ਬਾਰਿਸ਼ ਜਦੋਂ ਪੈਂਦੀ ਹੈ ਨਾ, ਤੇ ਬਾਰਿਸ਼ ਉਸ ਥਾਂ ਤੇ ਤਾਂ ਪੈਂਦੀ ਹੋਈ ਹੈ ਜਿੱਥੇ ਰੜਾ ਜ਼ਮੀਨ, ਜਿੱਥੇ ਘਾਹ ਵੀ ਨਹੀਂ ਉਗਿਆ ਜਾਂ ਪਿਆ ਤਾਂ ਉਹ ਸੜ ਗਿਆ ਗਰਮੀ ਦੀ, ਉੱਥੇ ਤਾਂ ਹਰਿਆਵਲਾਂ ਆਉਂਦੀਆਂ ਨੇ। ਪਰ ਜਿਹੜੇ ਥਾਵਾਂ ਤੇ ਪਹਾੜਾਂ ਦੇ ਵਿੱਚ ਪਹਿਲੀਆਂ ਹਰਿਆਵਲਾਂ ਹੈਗੀਆਂ ਤੇ ਉੱਥੇ ਹੋਰ ਹਰਿਆਵਲਾਂ ਲਿਆਉਂਦੇ, ਮੀਂਹ ਉੱਥੇ ਵੀ ਪੈ ਜਾਂਦਾ। ਮੀਂਹ ਤਾਂ ਸਾਰੇ ਇੱਕ ਸਾਰ ਹੀ ਪੈਂਦਾ। ਕਹਿੰਦੇ ਗੁਰੂ ਨਾਨਕ ਦੀ ਕਿਰਪਾ ਸਾਰਿਆਂ ਦੇ ਇੱਕ ਸਾਰਾ। ਜਿਨ੍ਹਾਂ ਕੋਲ ਗੁਣ ਨਹੀਂ, ਖੁਸ਼ਕ ਧਰਤੀ ਦੀ ਨਿਆਈ ਨੂੰ, ਉਹਨਾਂ 'ਚੋਂ ਸ਼ੁਭ ਗੁਣਾਂ ਦੇ ਪੌਦੇ ਪੈਦਾ ਕਰ ਦਿੰਦੇ ਨੇ। ਜਿਨ੍ਹਾਂ ਦੇ ਕੋਲ ਪਹਿਲਾਂ ਹੀ ਪਹਾੜਾਂ ਦੇ ਵਿੱਚ ਸ਼ੁਭ ਜਿਵੇਂ ਪੌਦੇ ਹੈਗੇ, ਉਹਨਾਂ ਨੂੰ ਬ੍ਰਹਮ ਗਿਆਨ ਦਾ ਫਲ ਦੇ ਦਿੰਦੇ। ਗੁਣਵੰਤਿਆਂ ਗੁਣ ਦੇ। ਐਸਾ ਵਾਹਿਗੁਰੂ ਹੈ। ਕਿਹਾ ਕੋਈ ਨਾ ਸੁਝੇ, ਜੇ ਤਿਸ ਗੁਣ ਕੋਈ ਕਰੇ। ਇਹ ਸੁਝੀ ਅਦਕ ਸਹਿਤ ਪਾਠ ਹੈ ਭਾਈ। ਇਹ ਧਿਆਨ ਰੱਖਣਾ ਹੈ।
ਤੇ ਪ੍ਰਸ਼ਨ ਹੈ ਸਿੱਧਾਂ ਦਾ, ਕਹਿੰਦੇ ਵੀ ਉਹਨਾਂ ਦਾ ਜਿਹੜਾ ਵਾਹਿਗੁਰੂ ਦੇ ਗੁਣ, ਉਹਨਾਂ ਦੇ ਬਦਲੇ ਕੋਈ ਰੱਬ ਨੂੰ ਵੀ ਕੋਈ ਇਸ ਤਰ੍ਹਾਂ ਗੁਣਕਾਰ ਦੇ ਸਕਦਾ ਹੈ? ਪ੍ਰਸ਼ਨ ਹੈ। ਮਹਾਰਾਜ ਕਹਿੰਦੇ ਨਹੀਂ ਸਿੱਧੋ, ਇਹ ਸੰਸਾਰ ਦੇ ਵਿੱਚ ਤਿਹਾ ਇਹੋ ਜਿਹਾ ਕੋਈ ਵੀ ਨਾ ਸੂਝੀ ਨਹੀਂ ਦਿਸਦਾ ਜਿਹੜਾ ਉਸ ਵਾਹਿਗੁਰੂ ਨੂੰ ਗੁਣ ਕਰੇ, ਭਾਵ ਉਪਕਾਰ ਕਰੇ ਗੁਰੂ ਦੇ ਪਰਮੇਸ਼ਰ ਦੇ ਉੱਤੇ, ਉਸ ਵਾਹਿਗੁਰੂ ਦੇ ਗੁਣ ਉਪਕਾਰ ਕਰੇ, ਇਹ ਕਹੇ ਕਿ ਹੇ ਪ੍ਰਭੂ ਮੈਂ ਤੇਰੇ ਉੱਤੇ ਉਪਕਾਰ ਕਰਦਾ। ਕਹਿੰਦੇ ਅਜੇ ਤਾਂ ਜੰਮੇ ਨਹੀਂ, ਅਜੇ ਤਾਂ ਕੋਈ ਨਾ ਜੰਮੂਗਾ। ਐਸਾ ਪਰਮੇਸ਼ਰ ਵਾਹਿਗੁਰੂ ਹੈ। ਤੇ ਸਰਲ ਅਰਥ ਸੀ। ਹੁਣ ਇਹਦੇ ਵਿੱਚ ਜਿਹੜੇ ਥੋੜੇ ਜਿਹੇ ਇਹਦੇ ਨਾਲ ਗੂੜ ਅਰਥ ਹੋਣਗੇ ਤੇ ਉਹਨਾਂ ਨੂੰ ਧਿਆਨ ਦੇਣਾ ਆਪਾਂ ਸਾਰਿਆਂ ਨੇ ਵਿਚਾਰਨਾ ਹੈ। ਫੇਰ ਚਲੋ ਜੀ ਇਸੇ ਪੌੜੀ ਨੂੰ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ। ਤੇ ਮਹਾਰਾਜ ਸਾਹਿਬ ਨੂੰ ਪੁੱਛਿਆ, ਕਹਿੰਦੇ ਗਰੀਬ ਨਵਾਜ਼ ਸਿੱਖਾਂ ਨੇ ਪ੍ਰਸ਼ਨ ਕੀਤਾ ਇਹ, ਕਿਉਂਕਿ ਸਿੱਖਾਂ ਦੇ ਪ੍ਰਸ਼ਨ ਵੀ ਵੇਚਣ ਨਾਲ ਕਿ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਇਹ ਦੱਸੋ, ਜੇ ਮਨੁੱਖ ਨੇ ਆਪਣੀ ਉਮਰ ਚੰਗੀ ਕਰਨੀ ਹੋਵੇ, ਸ੍ਰੇਸ਼ਟ ਬਣਾਉਣੀ ਹੋਵੇ ਤਾਂ ਕੀ ਸਾਧਨ ਹੈ? ਜੇ ਜੁਗ ਚਾਰੇ ਆਰਜਾ ਹੋਰ ਦੁਸੂਣੀ ਹੋਏ। ਦੇਖੋ ਹੁਣ ਇਹਦੇ ਚ ਅਰਥ ਦਾ ਕਟਾਕਸ਼ ਕੈਸਾ ਹੈ। ਜੇ ਕਿਸੇ ਨੇ ਆਰਜਾ ਸ੍ਰੇਸ਼ਟ ਬਣਾਉਣ ਦੀ ਇੱਛਾ ਹੈ ਤਾਂ ਗਿਆਨ ਦੀ ਪ੍ਰਾਪਤੀ ਵਾਸਤੇ ਚਾਰ ਸਾਧਨ, ਚਾਰੇ। ਜੇ ਤਾਂ ਆ ਗਿਆ ਨਾ, ਜੇਕਰ ਇਹ ਇੱਛਾ ਹੈ ਕਿ ਉਮਰ ਮੇਰੀ ਸ੍ਰੇਸ਼ਟ ਹੋ ਜਵੇ, ਆਰਜਾ ਨਾਮ ਉਮਰ ਦਾ, ਕਹਿੰਦੇ ਫਿਰ ਚਾਰੇ ਕੀ ਨੇ? ਚਾਰ ਸਾਧਨ, ਸਰਵਣ ਮੰਨਣ ਨਿਧਿਆਸਨ ਤਤ ਤੋਂ ਪਦਾ ਸ਼ੋਧ ਨੇ। ਇਹਨਾਂ ਦੇ ਯੁੱਗ ਕੀ ਸੰਯੁਕਤ ਹੋ ਜਵੇ, ਯੁੱਗ ਇੱਥੇ ਲੱਗੂਗਾ ਜੀ, ਜੋ ਕੀ ਸੰਯੁਕਤ ਹੋ ਜਵੇ ਇਹਨਾਂ ਦੇ, ਗਿਆਨਵਾਨ ਹੋ ਕੇ ਫਿਰ ਆਰਜਾ ਉਮਰ ਸ੍ਰੇਸ਼ਟ ਹੋ ਜਾਂਦੀ ਹੈ। ਤੇ ਦਸੂਣੀ ਦਸੇ ਇੰਦਰੇ ਜਿਹੜੇ ਉਹਨਾਂ ਦੇ ਵਿਸ਼ੇ ਵਿਕਾਰਾਂ ਵੱਲੋਂ ਊਣੀ ਕੀ ਉੱਚੇ ਹੋ ਜਾਂਦੇ ਨੇ, ਸ੍ਰੇਸ਼ਟ ਹੋ ਜਾਂਦੇ ਨੇ। ਗਿਆਨਵਾਨ ਜਿਹੜਾ ਨਾ, ਤੇ ਉਸ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ। ਜਾਂ ਫਿਰ ਇਉਂ ਕਹੋ ਵੀ ਦਸੂਣੀ 10 ਜਮਾ ਊਣੀ ਦਾ ਕੀ ਦਵੈਸ਼ ਦੇ ਦੇਣ ਵਾਲੀ ਜਿਹੜਾ ਹੋਰ ਸੁਭਾਅ ਸੀ ਨਾ, ਉਹ ਕਿਸੇ ਅਵਿਦਿਆ ਦਾ ਅੰਤਿਸ਼ ਕਰਨ ਦੇ ਜੋ ਸੁਣੀ ਕੀ ਸੁਣਨੀ ਹੋ ਗਈ, ਉਹ ਹੋਰ ਦਸੂਣੀ 10 ਜਮਾ ਊਣੀ, 10 ਇੰਦਰੀਆਂ ਦੀ ਬਾਸ਼ਨਾ ਊਣੀ ਕਹੀਏ ਖਾਲੀ ਹੋ ਜਾਂਦੀ ਹੈ, ਊਣਾ ਨਾ ਖਾਲੀ ਦਾ ਹੁੰਦਾ ਹੈ। ਫਿਰ ਇਹ ਉਮਰ ਸ੍ਰੇਸ਼ਟ ਹੋ ਜਾਂਦੀ ਹੈ। ਨਵਾਂ ਖੰਡਾ ਵਿੱਚ ਜਾਣੀ ਹੈ, ਨਾਲ ਚੱਲੇ ਸਭ ਕੋਏ। 9 ਖੰਡ 9 ਹਿੱਸਿਆਂ ਵਾਲਾ ਜਿਹੜਾ ਸਰੀਰ ਹੈ, ਇਹਦੇ ਚ ਵਾਹਿਗੁਰੂ ਦੀ ਜੋਤ ਵਿਆਪਕ ਹੈ, ਉਹਨੂੰ ਜਾਣ ਲਵੇਗਾ। ਇਹ ਉੱਪਰਲੇ ਸਾਧਨ ਕਰਕੇ ਉਹਨੂੰ ਜਾਣ ਲਊਗਾ। ਫਿਰ 9 ਖੰਡਾਂ ਦੀ ਨਿਆਈ 9 ਗੋਲਕਾਂ ਪ੍ਰਗਟਣ ਜਿਹੜੀਆਂ, ਜਿਵੇਂ ਅੱਖਾਂ ਨੇ, ਨਾਸਕਾਂ ਨੇ, ਕੰਨ ਨੇ, ਉਪਸਥ ਇੰਦਰੀਆਂ ਨੇ, ਇਹ 9 ਹਿੱਸੇ ਨੇ। ਤੇ ਇਹ ਹੈ ਇਹ ਸਾਰਾ ਸਰੀਰ। ਜਾਂ 9 ਖੰਡਾਂ ਦੀ ਨਹੀਂ, 4 ਹਿੱਸੇ ਲੱਤਾਂ ਦੇ, 4 ਬਾਹਾਂ ਦੇ, 1 ਹਿੱਸਾ ਵਿਚਕਾਰਲਾ ਧੜ ਦਾ। 9 ਖੰਡਾਂ ਵਾਲੀ ਦੇਹ, 9 ਟੁਕੜਿਆਂ ਵਾਲੀ ਖੰਡ 9 ਟੁਕੜੇ ਦਾ ਹੁੰਦਾ ਹੈ। ਤੇ ਇਹਦੇ ਵਿੱਚ ਵਿਆਪਕ ਪਰਮੇਸ਼ਰ ਨੂੰ ਜਾਣ ਲਊਗਾ। ਹਿਰਦੇ ਕਮਲ ਮੈਂ ਹਰ ਕਾ ਵਾਸ, ਕਿ ਵਾਹਿਗੁਰੂ ਹਿਰਦੇ ਦੇ ਵਿੱਚ ਹੈ। ਤੇ ਇਸ ਕਰਕੇ ਉਹ ਸੁਰਤੀ ਵੀ ਹੈ ਧਰਮ ਸ਼ਾਸਤਰਾਂ ਨੂੰ, ਈਸ਼ਵੰਤਰ ਜੋਤੀ ਪੁਰਸ਼ਾ ਏਅੰ ਨੇਤ ਗੁਫਾ ਬ੍ਰਹਮ, ਕਿ ਐਸਾ ਜਿਹੜਾ ਪਰਮੇਸ਼ਰ ਵਾਹਿਗੁਰੂ 9 ਖੰਡ ਹਿੱਸਿਆਂ ਵਾਲੀ ਨੌਦਾ ਭਗਤੀ ਵੀ ਹੈ, ਉਹਨੂੰ ਗ੍ਰਹਿਣ ਕਰ ਲਵੇ ਤਾਂ ਫਿਰ ਮਨੁੱਖਾ ਸਰੀਰ ਧਾਰਿਆ ਵੀ ਸਫਲਾ ਹੋ ਜਾਂਦਾ। ਤੇ 9 ਪ੍ਰਕਾਰ ਦੀ ਜਿਹੜੀ ਧਰਤੀ ਦੀ ਨਿਆਈ ਜਿਵੇਂ ਸਰੀਰ ਸੀ, ਹੁਣ ਨਵਦਾ ਭਗਤੀ ਹੈ। ਆਰਜਾ ਇਸ ਤਰ੍ਹਾਂ ਉਮਰ ਸ੍ਰੇਸ਼ਟ ਹੋ ਜਾਂਦੀ ਹੈ। ਸਿੱਖਾਂ ਨੇ ਜਿਹੜਾ ਪ੍ਰਸ਼ਨ ਕੀਤਾ ਸੀ, ਜੇ ਤੁਸੀਂ ਇਹ ਇੱਛਾ ਹੈ ਤਾਂ ਫਿਰ ਭਾਈ ਇਹ ਕਰਤਵ ਕਰੋ। ਨੌਦਾ ਭਗਤੀ ਹੈ, ਸਰਵਣ ਸਿਮਰਨ ਕੀਰਤਨ ਪਾਤ ਸੇਵ ਅਰਚਾਨ, ਦਾਸ ਸਕਾ ਪ੍ਰਬੰਧਨਾ ਸਰਬ ਨਿਵੇਦਨ ਜਾਨ। ਨਵਦਾ ਦਾ ਮਤਲਬ ਹੈ 9। ਜਿਹਨੇ ਭਗਤੀ ਕਰਨੀ ਹੈ ਉਹਨੂੰ ਪਹਿਲਾਂ ਇਹ ਗੱਲਾਂ ਜਾਣਨ ਦੀ ਲੋੜ ਹੈ ਵੀ ਭਗਤੀ ਦੀਆਂ ਕਿਸਮਾਂ ਕਿਆ ਹਨ, ਕਿੰਨੇ ਪ੍ਰਕਾਰ ਦੀ ਹੈ ਭਗਤੀ। 9 ਪ੍ਰਕਾਰ ਦੀ। ਪਹਿਲੀ ਭਗਤੀ ਜਿਹੜੀ ਐਸ ਵੇਲੇ ਬੈਠੇ ਕੰਨਾਂ ਦੁਆਰਾ ਸੁਣ ਰਹੇ ਹੋਣੇ, ਇਹ ਭਗਤੀ ਹੈ। ਇਹ ਭਗਤੀ ਦਾ ਅੰਗ ਹੈ, ਬੜਾ ਅਹਿਮ ਅੰਗ ਹੈ। ਇਹਨੂੰ ਕਹਿੰਦੇ ਸਰਵਣ ਭਗਤੀ। ਇਹਦੇ ਚ ਕਾਕ ਪਸੁੰਡ ਜਿਹੜਾ ਹੈ ਰਿਸ਼ੀ, ਉਹਦਾ ਅੱਬਲ ਦਰਜੇ ਤੇ ਨਾਂ ਆਉਂਦਾ ਵੀ ਇਹ ਭਗਤੀ ਉਹਨੇ ਬਹੁਤ ਕੀਤੀ ਹੈ, ਸੁਣਦਾ ਹੀ ਰਹਿੰਦਾ ਹੈ। ਜਿਹੜੀ ਸਿਮਰਨ ਭਗਤੀ ਹੈ, ਇਹ ਸ਼ੇਸ਼ਨਾਗ ਦੀ ਪ੍ਰਸਿੱਧ ਹੈ, ਜੋ ਹਰ ਰੋਜ਼ ਨਵੇਂ ਨਾਮ ਰੱਖ ਕੇ ਰਟਦਾ ਹੈ। ਕੀਰਤਨ ਭਗਤੀ ਦੇ ਵਿੱਚ ਦੇਵ ਰਿਸ਼ੀ ਨਾਰਦ ਪ੍ਰਸਿੱਧ ਹੈ,
ਪਾਦ ਸੇਵ ਭਗਤੀ ਜਿਹੜੀ ਹੈ ਇਹ ਲక్ష్ਮੀ ਦੀ ਪ੍ਰਸਿੱਧੀ ਹੈ। ਪਾਸ ਬੈਠੀ ਬੀਬੀ ਕਮਲਾ ਦਾਸੀ। ਪੰਜਵੀਂ ਅਰਚਾਨ ਭਗਤੀ ਹੈ, ਇਹਦੀ ਕੁਬਜਾ ਦਾ ਨਾਂ ਆਉਂਦਾ ਹੈ, ਉਹਦੀ ਬੜੀ ਮਸ਼ਹੂਰੀ ਹੈ। ਦਾਸਾ ਭਗਤੀ ਜਿਹੜੀ ਹੈ ਹਨੂਮਾਨ ਦੀ ਪ੍ਰਸਿੱਧ ਹੈ। ਤੇ ਸਖਾਪਨ ਭਗਤੀ ਦੁਆਪਰ ਦੇ ਵਿੱਚ ਇਹ ਅਰਜਨ ਦੀ ਪ੍ਰਸਿੱਧ ਹੈ। ਸਾਲੇ ਭਣੋਈ ਦੀ ਰਿਸ਼ਤੇਦਾਰੀ ਸੀ ਪਰ ਭਗਵਾਨ ਸਮਝ ਕੇ ਭਗਤੀ ਕੀਤੀ। ਬੰਦਨਾ ਭਗਤੀ ਇਹ ਪਿਰਥੂ ਰਾਜੇ ਦੀ ਪ੍ਰਸਿੱਧੀ ਹੈ। ਤੇ ਜਾਂ ਫਿਰ ਅਕਰੂਰ ਸੀ ਭਗਵਾਨ ਕ੍ਰਿਸ਼ਨ ਦਾ ਚਾਚਾ, ਉਹਦਾ ਨਾਮ ਵੀ ਆਉਂਦਾ ਹੈ। ਸਰਬ ਨਿਵੇਦਨ ਭਗਤੀ ਜਿਹੜੀ ਹੈ ਉਹ ਬਲੀ ਰਾਜੇ ਦੀ ਹੈ, ਜੋ ਸਭ ਕੁਝ ਅਰਪ ਦਿੱਤਾ। ਇਹ ਸਾਰੇ ਇਸ ਭਗਤਾ ਦੀ ਭਗਤੀ ਆਪਣਾ ਜੀਵਨ ਸਫਲ ਕਰ ਗਏ ਨੇ। ਇਹ 9 ਖੰਡਾਂ 9 ਹਿੱਸਿਆਂ ਵਾਲੀ ਭਗਤੀ ਦੁਆਰਾ ਵਾਹਿਗੁਰੂ ਨੂੰ ਹਿਰਦੇ ਵਿੱਚ ਜਾਣੀਏ ਜਾਣ ਲਈਦਾ ਹੈ। ਇਸ ਪ੍ਰਕਾਰ ਜਾਣਿਆ ਜਾਂਦਾ ਮਹਾਰਾਜ ਸਾਹਿਬ ਜੀ ਕਹਿੰਦੇ। ਤੋ ਇਸ ਕਰਕੇ ਐਸਾ ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਨਾਮ ਹੈ, ਕਹੋ ਕਬੀਰ ਭਗਤ ਕਰ ਪਾਇਆ, ਉਹ ਭਗਤੀ ਕਰਕੇ ਹੀ ਪਾਇਆ ਜਾਂਦਾ ਹੈ। 8ਵੀਂ ਪਹਿਰੀ 8 ਖੰਡ ਨਾਵਾਂ ਖੰਡ ਸਰੀਰ, ਤਿਸ ਵਿੱਚ 9 ਨਿਦ ਨਾਮ ਏਕ ਭਲੇ ਗੁਣੀ ਗਹੀਰ। ਉਸ ਵਕਤ ਵਿੱਚ ਜਦੋਂ ਇਹ ਅਵਸਥਾ ਪ੍ਰਾਪਤ ਹੋ ਗਈ ਭਗਤੀ ਦੀ, ਕਹਿੰਦੇ ਸਾਰੇ ਦੇਵੀ ਗੁਣ ਸਤ ਸੰਤੋਖ ਆਦ ਚੱਲਣ ਲੱਗ ਪੈਂਦੇ ਨੇ। ਭਾਵ ਸਾਰੇ ਗੁਣਾਂ ਦੀ ਧਾਰਨਾ ਹੋ ਜਾਂਦੀ ਹੈ। ਜਦੋਂ ਸਰੂਪ ਦਾ ਗਿਆਨ ਹੋ ਜਾਂਦਾ ਹੈ ਤਾਂ ਅਵਿਦਿਆ ਅਤੇ ਦੇਹ ਅਧਿਆਸ, ਤੇ ਇਹ ਦੇਹ ਅਧਿਆਸ ਦੇ ਮਿਟਣੇ ਕਰਕੇ ਰਾਜਸੀ ਤਾਮਸੀ ਸਾਂਤਕੀ ਸੁਭਾਅ ਵੀ ਨਾਸ ਹੋ ਜਾਂਦੇ ਨੇ। ਸੰਚਿਤ ਕਿਰੇ ਮਨ ਪ੍ਰਲਬਧ, ਇਹ ਸਭ ਕੋਏ ਸਾਰੇ ਕੋਈ ਅਵਿਦਿਆ ਦੇ ਨਾਲ ਹੀ ਸਮਾਪਤ ਹੋ ਜਾਂਦੇ ਨੇ, ਚਲੇ ਜਾਂਦੇ ਨੇ। ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਚੰਗਾ ਨੌ ਰਖਾਈ ਕੈ ਜਸ ਕੀਰਤ ਜਗ ਲੇ, ਚੰਗਾ ਸ੍ਰੇਸ਼ਟ ਨੌ ਰਖਾ ਕੇ, ਕਿਹੜਾ ਬ੍ਰਹਮ ਬੇਤਾ, ਇਹ ਨਾਮ ਪੈ ਜਾਂਦਾ ਹੈ। ਰਖਵਾ ਕਰਕੇ ਫਿਰ ਜਗ ਸੰਸਾਰ ਦੇ ਵਿੱਚ ਜਸ ਮਹਿਮਾ ਅਤੇ ਪਰਲੋਕ ਦੇ ਵਿੱਚ ਕੀਰਤੀ ਨਾਵਾਂ ਵਡਿਆਈ ਦਾ ਲੇ ਪ੍ਰਾਪਤ ਕਰ ਲੈਂਦਾ ਹੈ। ਕਹਿੰਦੇ ਜੀ ਕੀ ਫਿਰ ਉਹਨਾਂ ਨੂੰ ਕਦੇ ਤ੍ਰਿਸ਼ਨਾ ਵੀ ਵਾਪਦੀ ਹੈ? ਜਦੋਂ ਐਸੇ ਬ੍ਰਹਮ ਬੇਤਿਆਂ ਦੀ ਇਹ ਅਵਸਥਾ ਹੈ, ਇਹ ਸਵਾਲ ਹੈ। ਤੇ ਮਹਾਰਾਜ ਨੇ ਉੱਤਰ ਦਿੱਤਾ ਹੈ, ਜੇ ਤਿਸ ਨਦਰ ਨ ਆਵਈ ਤਾਂ ਬਾਤ ਨ ਪੁੱਛੈ ਕੇ। ਜੇ ਜਿਹੜੀ ਰਸਾਂ ਕਸਾਂ ਆਦਿ ਦੇ ਭੋਗਣ ਦੀ ਤਿਸ ਨਾਮ ਤ੍ਰਿਸ਼ਨਾ ਦਾ, ਉਹ ਬ੍ਰਹਮ ਗਿਆਨੀ ਦੇ ਅੰਦਰ ਨਦਰ ਦੇਖਣ ਦੇ ਵਿੱਚ ਨਾ ਆਵੇ, ਨਹੀਂ ਆਉਂਦੀ ਹੈ। ਤ੍ਰਿਸ਼ਨਾ ਤੋਂ ਰਹਿਤ ਹੋ ਜਾਂਦੇ ਨੇ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਦਰੇ ਪ੍ਰਭ ਸਰਨਾਈ। ਤ੍ਰਿਸ਼ਨਾ ਅਗਨ ਬੁਝੀ ਖਿਨ ਅੰਤਰ, ਗੁਰ ਮਿਲਿਆ ਸਭ ਭੁੱਖ ਗਵਾਈ। ਇਸ ਕਰਕੇ ਉਹਨਾਂ ਦੇ ਚ ਨਹੀਂ ਰਹਿੰਦੀ ਹੈ। ਫਿਰ ਪ੍ਰਸ਼ਨ ਕੀਤਾ ਸਿੱਖਾਂ ਨੇ ਕਿ ਮਹਾਰਾਜ ਉਹਨਾਂ ਨੂੰ ਕੋਈ ਵੀ ਵਾਸਨਾ ਨਹੀਂ ਰਹਿੰਦੀ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਜੇ ਬਾਤ ਪਾਉਣ ਤੋਂ ਭਾਵ ਬਾਤ ਨਾਮ ਹਵਾ ਦਾ ਨਾ, ਹਵਾ ਤੋਂ ਭਾਵ ਵਾਸ਼ਨਾ ਦੀ ਗੱਲ ਪੁੱਛਦੇ ਹੋ ਨਾ, ਤਾਂ ਸੁਤ ਬਿਤ ਲੋਕ ਈਖਣਾ ਤੀਨੀ ਇਤਿਆਦਿਕ, ਇਹ ਕੋਈ ਵੀ ਨਹੀਂ ਰਹਿੰਦੀ ਹੈ ਉਹਨਾਂ ਦੇ ਵਿੱਚ, ਇਹ ਨਹੀਂ ਰਹਿੰਦੀ ਹੈ। ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ। ਕੀਟਾ ਨਾਮ ਮੈਲ ਦਾ ਹੈ। ਇਹ ਦੂਜੇ ਅਰਥ ਵਿੱਚ, ਪਹਿਲਾਂ ਕੀੜਾ ਕਰਿਆ ਸੀ ਨਾ, ਹੁਣ ਕੀਟੇ ਦਾ ਅਰਥ ਹੈ ਮੈਲ। ਕੀਟਾ ਨਾਮ ਮੈਲ ਦਾ ਉਹਨਾਂ ਦੇ ਅਵਿਦਿਆ ਦੀ, ਦਵੈਖ ਵਿਕਾਰਾਂ ਦੀ, ਕੀਟਾ ਮੈਲ ਨੂੰ ਅੰਦਰੋਂ ਕੀਟ ਕੱਟਣਾ ਕਰ ਦਿੱਤਾ ਹੈ। ਸ਼ਲੰਗ ਸਿਦਰੰ ਕੋਟ ਬਿਗਨੰ ਅਪਰਾਧੰ ਕਿਲ ਵਿਖ ਮਲੰ, ਪਰਮ ਮੋਹੰ ਮਾਨ ਅਪਮਾਨੰ ਮਦੰ ਮਾਇਆ ਵਿਆਪਤੰ। ਇਹ ਉਹਨਾਂ ਦੀ ਅਵਸਥਾ ਹੈ। ਇਸ ਕਰਕੇ ਮੈਲ ਕੱਟ ਦਿੱਤੀ ਹੈ। ਤੇ ਦੋਸ਼ੀ ਕੌਣ? ਉਹ ਸਮਝਦੇ ਨੇ ਫਿਰ ਇਹ ਦੋਸ਼ੀ ਕੌਣ? ਕਹਿੰਦੇ ਜਿਹੜੇ ਵਿਸ਼ੇ ਦੇ ਗ੍ਰਹਿਣ ਕਰਨ ਵਾਲੇ ਦਸੇ ਇੰਦਰੀ ਨਾ, ਇਹਨਾਂ ਇੰਦਰੀਆਂ ਨੂੰ ਬ੍ਰਹਮ ਗਿਆਨੀ ਦੋਸ਼ ਧਾਰਦੇ ਨੇ ਇਹਨਾਂ ਨੂੰ, ਵੀ ਇਹਨਾਂ ਦਾ ਦੋਸ਼ ਹੈ ਅੱਖਾਂ ਦਾ, ਕੰਨਾਂ ਦਾ, ਆਦਿ ਇੰਦਰੀਆਂ ਦਾ। ਨੈਣ ਨਾ ਦੇਖੇ ਸਾਧ ਸੇ ਨੈਣ ਵਿਹਾਲਿਆ, ਕਰਨ ਨ ਸੁਣੀ ਨਾਦ ਕਰਨ ਮੁਦ ਘਾਲਿਆ। ਰਸ ਨ ਜਪੇ ਨ ਨਾਮ ਤਿਲ ਤਿਲ ਕਰ ਕਟੀਐ, ਹਰਿ ਜਪ ਬਿਸਰੇ ਗੋਬਿੰਦ ਰਾਏ ਦਿਨੋਂ ਦਿਨ ਘਟੀਐ। ਇਹਨਾਂ ਦੇ ਵਿੱਚ ਫਿਰ ਉਹ ਕਹਿੰਦੇ ਨੇ, ਇਹ ਨੇਤਰ ਹੋ ਮੇਰੇ ਹੋ ਹਰ ਤੁਮੇ ਜੋ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਇਹ ਸਰਬਣ ਹੋ ਮੇਰੇ ਹੋ ਸੱਚੇ ਸੁਣਨੇ ਨੂੰ ਪਠਾਏ। ਇਸ ਪ੍ਰਕਾਰ ਵਿਕਾਰਾਂ ਦੇ ਦੋਸ਼ ਤੋਂ ਬਚ ਜਾਂਦੇ ਹਨ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਗੁਰੂ ਸਾਹਿਬ ਜੀ ਉਚਾਰਨ ਕਰਦੇ, ਉਹ ਬ੍ਰਹਮ ਗਿਆਨੀ ਤਤ ਵੇਤੇ ਐਸੇ ਨੇ ਜਿਹੜੇ ਨਿਰਗੁਣੀ ਜੀਵਨ ਨਾ, ਜਿਨ੍ਹਾਂ 'ਚ ਗੁਣ ਨਹੀਂ ਹੈ ਕੋਈ।
ਤੇ ਉਹਨਾਂ ਨੂੰ ਗੁਣ ਦੇ ਕੇ ਉਪਕਾਰ ਕਰਦੇ ਨੇ, ਭਲਾ ਕਰਦੇ ਨੇ। ਗੁਣ ਨਾਲ ਉਪਕਾਰ ਦਾ ਉਹਨਾਂ ਨੂੰ ਸਿੱਖਿਆ ਦੇ ਕੇ ਉਪਕਾਰ ਕਰਦੇ, ਗੁਣ ਕਰਦੇ ਨੇ, ਉਪਕਾਰ ਕਰਦੇ ਨੇ। ਜੋ ਗੁਣਮੰਤੇ ਸਤ ਸੰਤੋਖ ਗੁਣਾਂ ਵਾਲੇ ਪਹਿਲੇ ਹੀ ਨੇ, ਉਹਨਾਂ ਨੂੰ ਬ੍ਰਹਮ ਗਿਆਨ ਰੂਪੀ ਗੁਣ ਦੀ ਬਖਸ਼ਿਸ਼ ਕਰਦੇ ਨੇ। ਬ੍ਰਹਮ ਬੇਤੇ ਤੇਹਾ ਕੋਇ ਨਾ ਸੁਝਈ ਜੇ ਤਿਸ ਗੁਣ ਕੋਇ ਕਰੇ। ਤੇਹਾ ਕੋਇ, ਇਹੋ ਜਿਹਾ ਕੋਈ ਵੀ ਨਹੀਂ ਸੁਝੀ, ਕੀ ਦਿਸਦਾ ਹੀ ਨਹੀਂ ਹੈ, ਜਿਹੜਾ ਤਿਸ ਉਸ ਬ੍ਰਹਮ ਗਿਆਨੀ ਤਤ ਬੇਤਿਆਂ ਤੇ ਤੇਹਾ ਐਸਾ ਗੁਣ ਕਰੇ, ਉਪਕਾਰ ਕਰੇ, ਭਾਵ ਉਹਨਾਂ ਨੂੰ ਤਾਰਨ ਦਾ, ਉਪਕਾਰ ਕਰਨ ਦੀ ਗੱਲ ਕਰੇ। ਉਹ ਤਾਂ ਪਹਿਲੀ ਤਰੇ ਹੋਏ ਨੇ, ਕੋਈ ਨਹੀਂ ਕੋਈ ਵੀ ਦਿਸਦਾ। ਇਸ ਤੋਂ ਬਾਅਦ ਹੁਣ ਸੰਪਰਦਾ ਦੇ ਤੀਸਰਾ ਅਰਥ ਇਸੇ ਪੌੜੀ ਦਾ ਜਿਹੜਾ ਹੈ, ਤੇ ਉਹਦੇ ਚ ਜਿਵੇਂ ਫਰਮਾਨ ਕਰਦੇ ਨੇ, ਸੁਣੋ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ। ਹੁਣ ਪ੍ਰਸ਼ਨ ਹੈ, ਸਤਿਗੁਰੂ ਜੀ ਆਪ ਕਿਰਪਾ ਕਰਕੇ ਦੱਸੋ ਕਿ ਉਸ ਵਾਹਿਗੁਰੂ ਦੀ ਪ੍ਰਾਪਤੀ ਵਾਲੇ ਹੋਰ ਵੀ ਕੋਈ ਸਾਧਨ, ਵਾਹਿਗੁਰੂ ਜੀ ਦੀ ਪ੍ਰਾਪਤ ਹੋਵੇ, ਪਿੱਛੇ ਦੱਸੇ ਹੋਰ ਕੋਈ ਸਾਧਨ? ਮਹਾਰਾਜ ਕਹਿੰਦੇ ਹੈ। ਕਿਹੜੇ ਨੇ? ਜੇ ਕਰ ਜੁਗ ਨਾਵੇਂ ਦੋ ਦਾ, ਚਾਰੇ ਚਾਰ ਭਾਵ 2 ਤੇ 4 6 ਹੋ ਜਾਂਦੇ ਨੇ। ਜੁਗ 2, ਚਾਰੇ 4, 2 ਤੇ 4 6 ਹੋ ਗਏ। ਇਹ ਹੈ ਵੀ ਖੱਟ ਸੰਪਤੀ ਹਿਰਦੇ 'ਚ ਧਾਰਨ ਕਰ ਲਵੇ। ਸਮਦਮ ਸਰਦਾ ਤੀਸਰੀ ਸਮਾਧਾਨ ਪ੍ਰਾਨ, ਛਟੀ ਤਿਤਿਕਸ਼ਾ ਜਾਨੀਐ ਭਿੰਨ ਭਿੰਨ ਜੇ ਨਾਮ। ਜੁਗ ਦਾ ਅਰਥ ਦੋ ਕੀ ਹੈ? ਜੀਵ ਤੇ ਈਸ਼ਵਰ ਦੋ ਅਲੱਗ ਅਲੱਗ ਦਿਸਦੇ, ਇਹਨਾਂ ਦੀ ਏਕਤਾ ਹੋ ਜਾਵੇ। ਚਾਰੇ ਕੀ ਹਨ? ਗਿਆਨ ਦੇ ਸਾਧਨ, ਸਰਵ ਮੰਨਣ ਅਧਿਆਸਨ ਤੇ ਤਤ ਤੂੰ ਪਾਦਾ ਸੁਸ਼ੋਧਨ ਹੋ ਜਾਵੇ। ਫਿਰ ਆਰਜਾ ਸ੍ਰੇਸ਼ਟ ਭਾਵ ਬ੍ਰਹਮ ਸਰੂਪ ਦੀ ਪ੍ਰਾਪਤੀ ਹੋਏ ਕੀ ਹੋ ਜਾਂਦੀ ਹੈ। ਹੋਰ ਜੋ ਜੰਮਣ ਮਰਨ ਦੁੱਖ ਰੂਪੀ ਦਸੂਣੀ ਦਾ, ਸੂਣੀ ਦਾ ਦੇਣ ਬਾਦ ਦਾ ਕਾਰਨ ਅਗਿਆਨ ਹੈ ਨਾ, ਉਹ ਸੂਣੀ ਕੀ ਖਾਲੀ ਹੋ ਜਾਂਦਾ ਹੈ, ਉਹ ਤੋਂ ਰਹਿਤ ਹੋ ਜਾਂਦੇ ਨੇ। ਜੋ 10 ਜਮਾ 19, 10 ਇੰਦਰੀ, 5 ਕਰਮ ਇੰਦਰੀ, 5 ਗਿਆਨ ਇੰਦਰੀ, ਇਹ 10 ਹਨ। ਬਾਹਰ ਉਪਕੀਤੀ ਬਿਰਤੀ ਹੋਣ ਕਰਕੇ ਇਹਨਾਂ ਦੇ ਵਿਸ਼ੇ ਭੋਗਣ ਦੀ ਜੋ ਬਾਸ਼ਨਾ ਰਹਿੰਦੀ ਹੈ ਜੀਵ ਨੂੰ, ਉਹ ਊਣੀ ਭਾਵ ਨਿਮਿਰਤ ਹੋ ਜਾਂਦੀ ਹੈ। ਹੋਰ ਦਸੂਣੀ ਤੋਂ ਭਾਵੇਂ 10 ਦਿਸ਼ਾ ਵਿੱਚ ਵਡਿਆਈ ਤੱਕ ਦੀ ਇੱਛਾ, ਪਦਾਰਥ ਪ੍ਰਾਪਤੀ ਦੀ ਬਾਸ਼ਨਾ ਜੋ ਸਾੜਨ ਵਾਲੀ ਹੈ, ਦਗਧ ਕਰਨ ਵਾਲੀ ਹੈ, ਇਹ ਉਪਰੋਕਤ ਸਾਧਨਾ ਦੇ ਨਾਲ ਊਣੀ ਕੀ ਖਾਲੀ ਹੋ ਜਾਂਦੀ ਹੈ, ਨਿਵਰਤ ਹੋ ਜਾਂਦੀ ਹੈ। ਉਹ ਵੱਖਰੀ ਕਿਸਮ ਦੇ ਦਾਦ ਵੈਤ ਵੀ ਊਣੀ ਹੋ ਜਾਂਦੀ ਹੈ, ਨਿਵਰਤ ਹੋ ਜਾਂਦੀ ਹੈ। ਇਹ ਅਵਸਥਾ ਹੈ ਉਹਨਾਂ ਦੇ। ਨਵਾ ਖੰਡਾ ਵਿੱਚ ਜਾੜੀ ਹੈ, ਨਾਲ ਚੱਲੇ ਸਭ ਕੋਏ। ਨਵਾ 9 ਖੰਡ, 9 ਹਿੱਸੇ, 5 ਗਿਆਨ ਇੰਦਰੇ ਤੇ 5 ਕਰਮ ਇੰਦਰੇ, 5 ਕਾਮ ਕ੍ਰੋਧ ਆਦ, 5 ਵਿਸ਼ੇ ਸ਼ਬਦ ਸਪਰਸ ਰੂਪ ਰਸ ਗੰਧ, 4 ਅੰਤਸਕਰਨ ਤੇ 6 ਤਿੰਨੇ ਹੀ ਗੁਣ ਤੇ 7ਵਾਂ ਦੇਹ ਅਧਿਆਸ, 8ਵਾਂ 5 ਸੂਖਮ ਤੱਤ, 9ਵੇਂ 5 ਸਤੂਲ ਤੱਤ। ਇਹਨਾਂ 9 ਦੇ ਅਭਿਮਾਨ ਦੇ ਵਿਸ਼ੇ ਤਿਆਗ ਕੇ ਅਕਾਲ ਪੁਰਖ ਦੀ ਚੇਤਨ ਸੱਤਾ ਨੂੰ ਸਾਰਿਆਂ ਵਿੱਚ ਜਾਣੀਏ, ਜਾਣ ਲਈਦਾ। 5 ਗਿਆਨ ਇੰਦਰੀਆਂ ਦੀ ਹੰਗਤਾ, 3 ਗੁਣਾਂ ਦੀ ਇੱਕ ਦੇਹ ਅਭਿਮਾਨ, ਇਹਨਾਂ 9 ਖੰਡਾਂ ਦੇ ਵਾਹਿਗੁਰੂ ਦੀ ਜੋਤ ਸਰੀਰ ਵਿੱਚ ਜਾਣ ਕਰਕੇ ਜਾਣ ਲਈਦਾ ਵੀ ਇਸ ਤਰ੍ਹਾਂ ਪਰਮੇਸ਼ਰ ਵਾਹਿਗੁਰੂ ਹੈ। ਵਾਹਿਗੁਰੂ ਦੀ ਜੋਤ ਸਰੀਰ ਦੇ ਵਿੱਚ ਹੈ, ਸਭ ਮੈਂ ਜੋਤ ਜੋਤ ਹੈ ਸੋਏ, ਜਾਣ ਲਈਦਾ। ਤੇ ਇਸ ਪ੍ਰਕਾਰ ਮਹਾਰਾਜ ਸਾਹਿਬ ਨੇ ਕਿਹਾ। ਫਿਰ ਸਿੱਖਾਂ ਨੇ ਪ੍ਰਸ਼ਨ ਕੀਤਾ ਗਰੀਬ ਨਵਾਜ਼, ਇਹ ਦੱਸੋ ਵੀ ਇੱਕ ਵਾਰੀ ਅਗਿਆਨ ਦੀ ਨਿਵਰਤੀ ਹੋ ਗਈ, ਜਿਵੇਂ ਬਿਰਸ਼ ਹੈ ਜਿਹੜਾ ਦੁਬਾਰੇ ਪੈਦਾ ਹੋ ਜਾਂਦਾ ਹੈ, ਤੇ ਜਾਂ ਕਈ ਚੀਜ਼ਾਂ ਵੱਡੀਆਂ ਕੱਟੀਆਂ ਦੁਬਾਰੇ ਫਿਰ ਪੈਦਾ ਹੋ ਜਾਂਦੀਆਂ ਨੇ, ਵੀ ਇਹ ਅਗਿਆਨ ਅਵਿਦਿਆ ਦੁਬਾਰੇ ਵੀ ਪੈਦਾ ਹੋ ਜਾਂਦੀ ਹੈ? ਇਹ ਪ੍ਰਸ਼ਨ ਹੈ। ਤਾਂ ਮਹਾਰਾਜ ਸਾਹਿਬ ਜੀ ਨੇ ਉੱਤਰ ਦਿੱਤਾ ਹੈ। ਤਾਂ ਇਹਦੇ 'ਚ ਫਿਰ ਇਹ ਦੱਸਦੇ ਨੇ, ਅਗਿਆਨ ਦੁਬਾਰਾ ਪੈਦਾ ਨਹੀਂ ਹੁੰਦਾ। ਆਸਾ, ਤ੍ਰਿਸ਼ਨਾ, ਰਾਗ, ਦਵੈਸ਼ ਇਤਿਆਦਿ ਅਸਰੀ ਸੰਪਰਦਾ ਉਹ ਨਾਲ ਹੀ ਚਲੀ ਜਾਂਦੀ ਹੈ। ਜਿਵੇਂ ਬਿਰਸ਼ ਨੂੰ ਮੁੱਢ ਤੋਂ ਵੱਢ ਦਈਏ ਨਾ, ਟਹਿਣੀਆਂ ਤਾਂ ਨਾਲ ਹੀ ਸੁੱਕ ਜਾਂਦੀਆਂ, ਪੱਤੇ ਵੀ ਸੁੱਕ ਜਾਂਦੇ। ਇਸ ਤਰੀਕੇ ਦੇ ਨਾਲ ਅਗਿਆਨ ਦਾ ਮੂਲ ਕਾਰਨ ਅਵਿਦਿਆ। ਜਦੋਂ ਇਸ ਦਾ ਅਭਾਵ ਹੋ ਜਾਂਦਾ ਹੈ, ਅਵਿਦਿਆ ਦਾ ਅਭਾਵ ਹੋ ਗਿਆ, ਤਾਂ ਅਗਿਆਨ ਦਾ ਨਾਲ ਹੀ ਅਭਾਵ ਹੋ ਜਾਂਦਾ ਹੈ। ਜਗਤ ਦਾ ਮੂਲ ਅਗਿਆਨ ਹੀ ਹੈ। ਅਗਿਆਨ ਰੂਪ ਬਿਰਸ਼ ਦੇ ਖਤਮ ਹੋਣ ਦੇ ਨਾਲ ਤੇ ਉਹ ਕਾਮਨਾ ਰੂਪੀ ਛਾਇਆ ਵੀ ਨਾਲੇ ਚਲੀ ਜਾਂਦੀ ਹੈ। ਜਦੋਂ ਬਿਰਸ਼ ਖਤਮ ਹੋ ਗਿਆ, ਛਾਇਆ ਵੀ ਖਤਮ ਹੋ ਗਈ, ਕਾਮਨਾ ਰੂਪੀ ਛਾਇਆ ਨਾਲ ਖਤਮ ਹੋ ਗਈ। ਰਾਮਚੰਦਰ ਭਗਵਾਨ ਦੇ ਜੀਵਨ ਦੇ ਵਿੱਚ ਇਹ ਗੱਲ ਆਉਂਦੀ ਹੈ, ਕਹਿੰਦੇ ਇੱਕ ਵਾਰੀ ਲਛਮਣ ਨੇ ਪੁੱਛਿਆ
ਕਹਿੰਦੇ ਵੀ ਭਗਵਾਨ ਮੈਨੂੰ ਇਹ ਦੱਸੋ ਵੀ ਅਵਿਦਿਆ ਜਿਹੜੀ ਪੈਦਾ ਹੋਈ ਵੀ ਦੁਬਾਰੇ ਫਿਰ ਵੀ ਪੈਦਾ ਹੋ ਜਾਂਦੀ ਹੈ। ਕਹਿੰਦੇ ਨਸ਼ਟ ਪਈ ਉਪਜੈ ਨਹੀਂ ਬਹੁਰ ਅਵਿਦਿਆ ਵੀਰ। ਹੇ ਵੀਰ ਲక్ష్మణ, ਅਵਿਦਿਆ ਜਾਂ ਤਾਂ ਨਾਸ ਹੀ ਨਹੀਂ ਹੁੰਦੀ, ਜੇ ਨਾਸ ਹੋ ਜਾ ਦੁਬਾਰੇ ਨਹੀਂ ਜੰਮਦੀ ਹੁੰਦੀ। ਫਿਰ ਰਾਮ ਜੀ ਨੇ ਉੱਤਰ ਦਿੱਤਾ ਸੀ। ਇਹ ਥੋੜੇ ਜਿਹੇ ਅਨਮੇ ਰੀਤ ਦੇ ਨਾਲ ਤੁਕ ਲੱਗੀ ਹੈ, ਇਸ ਕਰਕੇ ਇਦੋਂ ਬਾਅਦ ਕਹਿਣ ਲੱਗੇ ਵੀ ਜਿਵੇਂ ਬਿਰਸ਼ ਜਿਹੜਾ ਹੈ, ਗੁਰੂ ਸਾਹਿਬ ਦਾ ਪਾਵਨ ਬਚਨ ਨਹੀਂ ਆਉਂਦਾ, ਪੇੜ ਮੁੰਡਾ ਹੂੰ ਕੱਟਿਆ ਤਿਸ ਡਾਲ ਸੁਕਨ ਦੇ, ਉਹ ਤਾਂ ਨਾਲੇ ਸੁੱਕ ਜਾਂਦੇ ਨੇ। ਚੰਗਾ ਨੌਰ ਖਾਏ ਕੈ ਜਸ ਕੀਰਤ ਜਗ ਲੈ। ਚੰਗਾ ਨੌਰ ਖਾਏ ਕੇ ਜਸ ਕੀਰਤ ਲੈ। ਜੋ ਅਕਾਲ ਪੁਰਖ ਪਰਮਾਤਮਾ ਦਾ ਚੰਗਾ ਸ੍ਰੇਸ਼ਟ ਨਾਮ ਹੈ, ਨਾਮ ਨੂੰ ਮਨ ਦੇ ਵਿੱਚ ਰਖਾਏ ਟਿਕਾ ਕੇ। ਮਾਤ ਲੋਕ ਦੇ ਜਸ ਵਡਿਆਈ ਤੇ ਪ੍ਰਲੋਕ ਦੇ ਵਿੱਚ ਜਸ। ਉਹ ਸਭ ਤੇ ਉੱਚਾ ਸਭ ਤੇ ਸੂਚਾ, ਜਾ ਕੇ ਹਿਰਦੇ ਵਸਿਆ ਭਗਵਾਨ। ਇਹ ਲੋਕ ਵਿੱਚ ਹੀ ਸ਼ੋਭਾ ਪ੍ਰਾਪਤ ਹੋ ਜਾਂਦੀ ਹੈ, ਪ੍ਰਲੋਕ ਵਿੱਚ ਵੀ ਵਡਿਆਈ ਮਿਲ ਜਾਂਦੀ ਹੈ। ਮਹਾਰਾਜ ਸਾਹਿਬ ਨੇ ਇਹ ਫਰਮਾਨ ਕੀਤਾ ਹੈ, ਨਾਨਕ ਧਰਮ ਐਸੇ ਚਵੇ ਕੀਤੋ ਭਵਨ ਪਨੀਤ। ਪਹਿਲਾਂ ਗੱਲ ਪੂਰੀ ਕਰ ਲੱਗੀ ਹੈ। ਉਹ ਸਭ ਤੇ ਉੱਚਾ ਹੋ ਗਿਆ। ਉਹ ਤਤ ਵੇਤਿਆਂ ਦੀ ਸੰਗਤ ਕਰਨ ਵਾਲੇ ਜਗ ਦੇ ਵਿੱਚ ਚੰਗਾ ਨਾਮ ਭਾਵ ਹੈ ਕਿ ਗੁਰੂ ਦਾ ਸੇਵਕ, ਭਗਤ, ਸੰਤ, ਜੀਵਨ ਮੁਕਤ, ਇਹ ਨਾਮ ਰਖਾ ਕੇ ਤੇ ਅਪਰੋਖ ਜਿਹੜਾ ਗਿਆਨ ਹੈ ਉਹਦਾ ਜਸ, ਗਿਆਨ ਦੀ ਕੀਰਤੀ, ਜਸ ਕੀਰਤ ਜਗਲੇ, ਮੈਂ ਇਹਦੀ ਗੱਲ ਕਰ ਰਿਹਾ ਹਾਂ। ਤੇ ਉਹ ਗਿਆਨ ਅਪਰੋਖ ਪ੍ਰਤੱਖ ਉਹਦੀ ਸੰਗਤ ਪ੍ਰਾਪਤ ਕਰਕੇ ਹੁੰਦਾ। ਐਸੇ ਤਤਵੇ ਤੇ ਮਹਾਂਪੁਰਸ਼ਾਂ ਦੀ ਸੰਗਤ ਦੇ ਨਾਲ ਤੇ ਉਹ ਸਾਰਾ ਕੁਝ ਹੁੰਦਾ ਹੈ। ਤੇ ਫਿਰ ਬ੍ਰਹਮ ਗਿਆਨੀਆਂ ਦੇ 5 ਕਾਮ ਕ੍ਰੋਧ ਜਿਹੜੇ ਨੇ ਵਿਕਾਰ ਨੇ, ਇਹ 5 ਸ਼ਬਦ ਸਪਰਸ ਰੂਪ ਰਸ ਗੰਧ ਜਿਹੜੇ ਨੇ, ਕੀ ਇਹ ਬਣੇ ਰਹਿੰਦੇ ਨੇ? ਜੇ ਤਿਸ ਨਦਰ ਨ ਆਵਈ ਤਾਂ ਬਾਤ ਨ ਪੁੱਛੈ ਕੇ। ਕਹਿੰਦੇ ਜੇਕਰ ਤਿਸ ਉਸ ਬ੍ਰਹਮ ਵੇਤੇ ਦੀ ਬਾਤ ਪੁੱਛਦੇ ਹੋ ਨਾ, ਉਹਦੇ ਵਿੱਚ ਵਿਕਾਰ ਰਹਿੰਦੇ ਨੇ, ਇਹ ਪੁੱਛਦੇ ਹੋ ਨਹੀਂ, ਉਹ ਤਾਂ ਉੱਤਮ ਹੈ। ਨਦਰ ਨਾ ਆਵੀ, ਉਹਦੇ 'ਚ ਵਿਸ਼ੇ ਵਿਕਾਰ ਦ੍ਰਿਸ਼ਟੀ ਨਹੀਂ ਆ ਰਹੇ, ਕੋਈ ਲੱਭਣਾ ਵੀ ਚਾਹੇ ਉਹਦੇ 'ਚ ਨਹੀਂ ਲੱਭਦੇ ਹਨ। ਪ੍ਰਭ ਕੀ ਸੇਵਾ ਜਨ ਕੀ ਸੋਭਾ, ਕਾਮ ਕ੍ਰੋਧ ਮਿਟੇ ਤਿਸ ਲੋਭਾ। ਹੇ ਸਤਿਗੁਰੂ ਜੀ, ਉਹਨਾਂ ਤਤ ਵੇਤਿਆਂ ਵਿੱਚ ਕਿਸੇ ਪ੍ਰਕਾਰ ਦੀ ਬਾਸ਼ਨਾ ਰਹਿੰਦੀ ਹੈ? ਬਾਤ ਨਾਮ ਬਾਸ਼ਨਾ ਦਾ ਹੈ, ਤਾਂ ਬਾਤ ਨਾ ਪੁੱਛੇ। ਜੇ ਬਾਤ ਨਾ ਤੁਸੀਂ ਬਾਸ਼ਨਾ ਦੇ ਪੁੱਛਦੇ ਹੋ ਤਾਂ ਸ਼ਾਸਤਰ ਵਾਸ਼ਨਾ, ਕਰਮ ਵਾਸ਼ਨਾ, ਅਰਥ ਵਾਸ਼ਨਾ, ਅਨੁਸ਼ਠਾਨ ਵਾਸ਼ਨਾ, ਚਲੀਸੇ ਆਦਿ ਕੱਢਣੇ, ਇਹ ਵਾਸ਼ਨਾ ਉਹਨਾਂ ਦੇ ਨਾਲ ਹੀ ਨਾਸ ਹੋ ਜਾਂਦੀਆਂ ਹਨ। ਬ੍ਰਹਮ ਗਿਆਨ ਦੀ ਕੋਈ ਵਾਸ਼ਨਾ ਨਹੀਂ ਰਹਿੰਦੀ ਹੈ। ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ। ਅਧਿਕਾਰੀ ਦੇ ਅੰਦਰ ਮਲ ਵਿਖੇਪ, ਅਵਰਨ, ਅਵਿਦਿਆ, ਪਾਪ ਤੇ ਵਿਸ਼ਿਆਂ ਆਦਿ ਜਿਹੜੀ ਕੀਟ ਨਾਮ ਮੈਲ ਹੈ, ਇਹਨੂੰ ਕੀਟ ਕੱਟਣਾ ਕਰਦੇ ਨੇ, ਨਿਵਿਰਤ ਕਰਦੇ ਨੇ ਜਿਹੜੇ ਤਤਵੇਤ ਨੇ ਆਪਣੇ ਜਗਿਆਸੂਆਂ ਦੀ। ਦੋਸ਼ੀ ਦੋਸਤ ਤੇਰੇ ਜਿਹੜੇ ਦੋਸ਼ੀ ਵਿਸ਼ੇ ਨੇ, ਇਹਨਾਂ ਵਿੱਚ ਦੋਸ਼ ਧਰਦੇ ਨੇ, ਦਵੈਸ ਦ੍ਰਿਸ਼ਟੀ ਧਾਰਦੇ ਨੇ। ਦੱਸਦੇ ਨੇ ਕਿ ਭਾਈ ਇਹਨਾਂ ਦੀ ਸੰਗਤ ਕਰਕੇ ਸਾਰਿਆਂ ਨੇ ਨੁਕਸਾਨ ਹੀ ਉਠਾਇਆ। ਜਿਹਨੇ ਵੀ ਵਿਸ਼ੇ ਭੋਗੇ ਨੇ ਉਹਨਾਂ ਨੂੰ ਉਹਨਾਂ ਦੀ ਤ੍ਰਿਸ਼ਨਾ ਨਹੀਂ ਨਿਵਰਤ ਹੋਈ, ਬਣੀ ਰਹਿੰਦੀ ਹੈ। ਇੰਦਰਪੁਰੀ ਦਾ ਰਾਜ ਕਰਨ ਵਾਲੇ ਰਾਜੇ ਦੀ ਹਾਲਤ ਕੈਸੀ ਹੋਈ? ਤੇ ਮਹਾਰਾਜ ਸਾਹਿਬ ਨੇ ਫਰਮਾਨ ਕੀਤਾ, ਗੋਤਮ ਤਪਾ ਅਹਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ, ਸਹਿ ਸਰੀਰ ਚਿਹਨ ਪਗ ਹੋਏ ਤਾਂ ਮਨ ਪਛੋਤਾਇਆ। ਬਿਖੇ ਠਕੌਰੀ ਜਿਨ ਜਿਨ ਖਾਈ, ਤਾਂ ਕਿ ਤ੍ਰਿਸ਼ਨਾ ਕਬਹੂ ਨਾ ਜਾਈ। ਇਸ ਤਰੀਕੇ ਦੇ ਨਾਲ ਤੇ ਬ੍ਰਹਮਾ ਨੂੰ ਆਪਣੀ ਸੁਪੁੱਤਰੀ ਤਲੋਚਮਾ ਸਰੁਸਤੀ ਦੇ ਉੱਤੇ ਬਾਸ਼ਨਾ ਫੁਰੀ, ਬਦਨਾਮੀ ਖੱਟੀ, 5 ਮੂੰਹ ਬਣੇ। ਸ਼ਿਵ ਜੀ ਨੇ ਉਹਦਾ ਸਿਰ ਵੱਢਿਆ, ਬ੍ਰਹਮ ਹੱਤਿਆ ਲੱਗੀ, ਕਪਾਲ ਮੋਚਨ ਤੀਰਥ ਬਣਿਆ। ਇਹ ਇਸ ਤਰ੍ਹਾਂ ਫਿਰ ਚਾਰੇ ਵੇਦ ਵਿਖਾਣ ਦਾ ਚਤੁਰਮੁਖੀ ਹੋਏ ਖਰਾ ਸਿਆਣਾ, ਲੋਕਾਂ ਨੂੰ ਸਮਝਾਇਂਦਾ ਦੇਖ ਸਰੁਸਤੀ ਰੂਪ ਲਵਾਣਾ। ਇਸ ਪ੍ਰਕਾਰ ਉਹ ਜਿਹੜੇ ਬ੍ਰਹਮ ਵੇਤੇ ਹੈ ਨਾ, ਇਹਨਾਂ ਨੂੰ ਵਿਸ਼ੇ ਵਿਕਾਰਾਂ ਵਿੱਚ ਦੋਸ਼ ਆਰੋਪਣ ਕਰਦੇ ਵੀ ਦੇਖੋ ਭਾਈ ਇਹਦੇ ਵਿੱਚ ਦੋਸ਼ ਧਰੇ, ਆਪ ਅਸੰਗ ਰਹਿੰਦੇ ਨੇ। ਉਹ ਤਤ ਵੇਤੇ ਦੋਸ਼ੀ ਜੋ ਵਿਸ਼ਈ ਲੋਕ ਨੇ, ਉਹਨਾਂ ਵਿੱਚ ਦੋਸ਼ ਕੱਢਦੇ ਨੇ ਕਿ ਇਹੋ ਜਿਹਾ ਦੁਰਲੱਭ ਮਨੁੱਖਾ ਜਨਮ ਹੈ ਤੇ ਇਹਨਾਂ ਨੂੰ ਕਮਲਿਆਂ ਨੂੰ ਪਤਾ ਨਹੀਂ ਵੀ ਇਹ ਐਵੇਂ ਗਵਾਈ ਜਾਂਦੇ ਨੇ, ਮਨੁੱਖ ਸਰੀਰ ਐਵੇਂ ਥੋੜੀ ਲੱਭਦਾ। ਉਹ ਫਿਰ ਦੋਸ਼ ਧਰੇ, ਬ੍ਰਹਮ ਗਿਆਨੀ ਦੋਸ਼ ਧਰਦੇ ਵੀ ਦੇਖੋ ਇਹ ਨਾਮ ਨਹੀਂ ਜਪਦੇ, ਕੀ ਕਰ ਰਹੇ ਨੇ। ਇਸ ਪ੍ਰਕਾਰ ਫਰਮਾਉਂਦੇ ਹਨ। ਹਾਂਜੀ ਅੱਗੇ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਗੁਰੂ ਨਾਨਕ ਸਾਹਿਬ ਜੀ ਉਚਾਰਨ ਕਰਦੇ ਨਿਰਗੁਣ, ਤਿੰਨਾਂ ਗੁਣੋਂ ਤੋਂ ਅਤੀਤ ਬ੍ਰਹਮ ਹੈ।
ਰੂਪ ਨਾ ਰੇਖ ਨਾ ਰੰਗ ਕੁਛ ਤ੍ਰਹਿ ਗੁਣ ਤੇ ਪ੍ਰਭ ਭਿੰਨ। ਉਹਦੇ ਗੁਣ ਗਿਆਨ ਨੂੰ ਪ੍ਰਾਪਤ ਕਰਕੇ ਨਿਰਗੁਣ ਜਿਹੜੇ ਗਿਆਨ ਤੋਂ ਨਿਰਕੀਏ ਰਹਿਤ ਨਿਰਗੁਣੀ ਜੀਵ, ਉਹਨਾਂ ਨੂੰ ਗੁਣ ਗਿਆਨ ਬਖਸ਼ ਦਿੰਦੇ ਹਨ। ਗੁਣਵੰਤਿਆਂ ਗੁਣ ਦੇ ਜਿਹੜੇ ਤਤ ਤੁਮ ਪਦ ਦਾ ਅਰਥ ਲੱਖ ਅਰਥ ਸਮਝਣ ਵਾਲੇ ਗੁਣਵੰਤੇ ਗਿਆਨਵਾਨ ਗੁਣਵੰਤੇ ਪੁਰਸ਼ ਨੂੰ ਉਹਨਾਂ ਨੂੰ ਜੀਵਨ ਮੁਕਤੀ ਦੇਣ ਦਾ ਗੁਣ ਉਪਕਾਰ ਕਰ ਦਿੰਦੇ ਨੇ। ਤਿਹਾ ਕੋਈ ਨ ਸੁਝਈ ਜੇ ਤਿਸ ਗੁਣ ਕੋਇ ਕਰੇ। ਤਿਹਾ ਕੋਈ ਨਾ ਸੂਝੀ, ਉਹਨਾਂ ਤਤ ਵੇਤਿਆਂ ਨੂੰ ਤਿਹਾ ਕੋਈ ਨਾ, ਐਸਾ ਕੋਈ ਵੀ ਸੰਸਾਰ ਵਿੱਚ ਸੂਝੀ ਦਿਸਦਾ ਨਹੀਂ। ਕਿਹੋ ਜਿਹਾ? ਤਿਹਾ ਕੋਈ ਨਾ ਸੂਝੀ ਜੇ ਤਿਸ ਗੁਣ ਕੋਇ ਕਰੇ। ਜਿਹੜਾ ਉਹਨਾਂ ਸਤਿਪੁਰਸ਼ ਬ੍ਰਹਮ ਵੇਤਿਆਂ ਨੂੰ ਤਿਸ, ਉਹਨਾਂ ਵਿੱਚ ਤਿਸਨਮ ਤ੍ਰਿਸ਼ਨਾ ਗੁਣ, ਤਿੰਨੇ ਗੁਣ ਰਾਜਸੀ ਤਾਮਸੀ ਸ਼ਾਂਤ ਕੀ ਪੈਦਾ ਕਰੇ। ਉਹ ਬ੍ਰਹਮ ਗਿਆਨੀ ਸਿੱਖਾਂ ਦੇ ਸਾਰੇ ਔਗਣ ਕਿਰਪਾ ਕਰਕੇ ਮੇਟ ਦਿੰਦੇ ਨੇ। ਇਹ ਨਹੀਂ ਹੈ ਵੀ ਕੋਈ ਕੁਸੰਗਤੀ ਉਹਨਾਂ ਦੇ ਵਿੱਚ ਇਹ ਔਗਣ ਪੈਦਾ ਕਰ ਦੇਵੇ, ਰਜੋਗੁਣ ਬਿਰਤੀ ਬਣਾ ਦੇਵੇ, ਤਮੋ ਗੁਣ ਬਣਾ ਤੇ ਇਸ ਤਰ੍ਹਾਂ ਦੀ ਸਦੋਗੁਣ ਬਿਰਤੀ ਨਾ। ਤਿਹਾ ਕੋਈ ਨਾ ਸੂਝੀ, ਇਹੋ ਜਿਹਾ ਸੁਝਦਾ ਹੀ ਨਹੀਂ ਕੋਈ। ਮਾੜੇ ਤੋਂ ਮਾੜੇ ਬੰਦੇ ਦਾ ਵੀ ਸਪਰਸ਼ ਹੋ ਜਵੇ ਉਹਨਾਂ ਨੂੰ ਤੇ ਉਹਨਾਂ ਦੀ ਅਵਸਥਾ ਨੂੰ ਨਹੀਂ ਫਰਕ ਪੈਂਦਾ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਉਹਨਾਂ ਸਤਿਪੁਰਸ਼ਾਂ ਦੀ ਬ੍ਰਹਮ ਗਿਆਨੀਆਂ ਤੇ ਤੀਸਰਾ ਅਰਥ ਸੀ। ਇਹ ਭਾਵੇਂ ਥੋੜਾ ਬਹੁਤ ਕਠਿਨ ਪ੍ਰਤੀਤ ਹੋਣ ਵਾਲਾ ਅਰਥ ਸੀ। ਤੇ ਜਿਹੜੇ ਸਤਿਪੁਰਸ਼ ਬ੍ਰਹਮ ਵੇਤੇ ਨੇ ਉਹਨਾਂ ਦੇ ਤਿਸ ਨਾਮ ਤ੍ਰਿਸ਼ਨਾ ਗੁਣ ਤਿੰਨੇ ਰਾਜਸੀ ਤਾਮਸੀ, ਨਾ ਉਹਨਾਂ 'ਚ ਕੋਈ ਤ੍ਰਿਸ਼ਨਾ ਪੈਦਾ ਕਰ ਸਕਦਾ ਹੈ, ਨਾ ਇਹ ਜਿਹੇ ਔਗਣ ਪੈਦਾ ਕਰ ਸਕਦਾ ਹੈ। ਇਹ ਜਿਹੜੀਆਂ ਪੌੜੀਆਂ ਨਾ ਹੁਣ ਤੱਕ ਇੱਥੇ ਇਹ 7 ਪੌੜੀਆਂ ਦੀ ਕਥਾ ਜਿਹੜੀ ਹੈ ਸਮਾਪਤ ਹੁੰਦੀ ਹੈ। ਅਸਲ ਦੇ ਵਿੱਚ ਇਹ ਸਤਿਪੁਰਸ਼ਾਂ ਦਾ ਮੰਨਣਾ ਹੈ ਵੀ ਇਹਨਾਂ 7 ਪੌੜੀਆਂ ਦੇ ਵਿੱਚ ਪੂਰਨ ਬ੍ਰਹਮ ਵਿਦਿਆ ਸੂਖਮ ਰੂਪ ਦੇ ਵਿੱਚ ਵਰਣਨ ਕੀਤੀ ਹੋਈ ਹੈ। ਜਿਹੜੀ ਬ੍ਰਹਮ ਵਿਦਿਆ ਉਹ ਕਠਿਨ ਹੁੰਦੀ ਹੈ ਤੇ ਇਸ ਕਰਕੇ 7ਵੀਂ ਪੌੜੀ ਤੱਕ, ਵੈਸੇ ਤਾਂ 5ਵੀਂ ਤੱਕ ਜਿਹੜਾ ਵੀ ਮੰਗਲ ਰੂਪ ਨੇ, ਪਰ ਅੱਜ ਤੱਕ ਇਹ ਜ਼ਿਆਦਾ ਔਖੀ ਸੀ ਕਥਾ। ਕੱਲ ਤੱਕ ਵੀ ਸੀ, ਫਿਰ ਕੱਲ ਨਾਲੋਂ ਤੇ ਇਹ ਜਿਹੜੀ ਪੌੜੀ ਹੈ ਇਹ ਵੀ ਉਹਨਾਂ ਜਿਹੜੀਆਂ 7 ਪੌੜੀਆਂ ਤੱਕ 6ਵੀਂ ਪੌੜੀ ਦੇ ਵਿੱਚ ਸੌਖਾ ਸਦਾ, ਪਰ 7ਵੀਂ ਪੌੜੀ ਨੂੰ ਨਾਂ ਰਲਾ ਕੇ ਕਿਹਾ ਜਾਂਦਾ ਹੈ ਕਿ ਇਹਦੇ ਵਿੱਚ ਬ੍ਰਹਮ ਵਿਦਿਆ ਦਾ ਨਿਰੂਪਣ ਕੀਤਾ ਹੋਇਆ। ਇਹ ਸਾਰੀ ਪੌੜੀ ਦੇ 117 ਅੱਖਰਾਂ 'ਚ ਸਾਰਾ ਬ੍ਰਹਮ ਗਿਆਨ ਮਹਾਰਾਜ ਨੇ ਕਥਨ ਕੀਤਾ ਹੈ। ਇਹ ਪੌੜੀ ਦਾ ਜਿਹੜਾ ਮੁੱਖ ਭਾਵ ਹੈ, ਸਿਧਾਂਤ ਕੀ ਹੈ ਇਸ ਪੌੜੀ ਦਾ, ਇਹਦੇ 'ਚ ਗੁਰੂ ਜੀ ਨੇ ਬੈਰਾਗ ਇਹਨੂੰ ਮੁੱਖ ਰੱਖਿਆ। ਬੈਰਾਗ ਦਾ ਕਥਨ ਕੀਤਾ ਹੈ। ਜੇ 4 ਯੁੱਗਾਂ ਦੀ ਉਮਰ ਹੋ ਜਾਵੇ, 10 ਗੁਣਾ ਹੋਰ ਹੋ ਜਾਵੇ, 40 ਗੁਣਾ ਦੀ ਹੋਵੇ, 44 ਯੁੱਗਾਂ ਦੀ ਹੋ ਜਾਵੇ, 9 ਖੰਡਾਂ 'ਚ ਪ੍ਰਸਿੱਧੀ ਵੀ ਹੋ ਜਾਵੇ, ਚੰਗਾ ਸੋਭਾ ਵਾਲਾ ਨਾਮ ਵੀ ਰਖਾ ਕੇ ਸਾਹਮਣੇ ਜਸ ਤੇ ਪਿੱਛੋਂ ਵਡਿਆਈਆਂ ਕੀਰਤੀ ਪਿੱਠ ਪਿੱਛੇ ਹੁੰਦੀ ਹੈ, ਫਿਰ ਵੀ ਪ੍ਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਤੋਂ ਬਿਨਾਂ ਇਹੋ ਜੀ ਹਾਲਤ ਹੋ ਜਾਂਦੀ ਹੈ ਕਿ ਕੋਈ ਗੱਲ ਪੁੱਛਦਾ ਨਹੀਂ। ਕੋਈ ਐਸਾ ਸਮਾ ਜਾਂਦਾ ਹੈ, ਬੜੇ ਬੜੇ ਬਾਦਸ਼ਾਹ ਸ਼ਾਹਜਹਾਨ ਵਰਗਿਆਂ ਨੂੰ, ਤੇ ਜਿਨ੍ਹਾਂ ਨੂੰ ਪਿਸ਼ਾਬ ਦੇ ਬਹਾਨੇ ਉਤਰ ਕੇ ਛੋਲਿਆਂ ਨੂੰ ਮੂੰਹ ਮਾਰਨਾ ਪਿਆ ਸੀ, ਭੁੱਖ ਲੱਗੀ ਹੋਈ ਸੀ, ਸ਼ੰਕਾ ਕੀਤੀ ਸੀ, ਨਦਰੋ ਪੱਠੀ ਜੇ ਕਰੇ ਸੁਲਤਾਨੋਂ ਘਾਉ ਕਰਾਇੰਦਾ। ਕਹਿੰਦਾ ਗੁਰੂ ਨਾਨਕ ਨੇ ਇਹ ਪੰਕਤੀ ਗਲਤ ਉਚਾਰਨ ਕੀਤੀ ਹੈ। ਇਹ ਕਿਵੇਂ ਹੋ ਸਕਦਾ ਵੀ ਬਾਦਸ਼ਾਹ ਘਾਹ ਖਾ ਲੈਣ? ਉੱਥੇ ਫਿਰ ਧਾਹ ਮਾਰੀ ਉਹਨੇ। ਨੌਕਰਾਂ ਨੇ ਪੁੱਛਿਆ, ਬਾਦਸ਼ਾਹ ਕਿਉਂ ਰੋਇਆ ਹੈ? ਵੀ ਅਸਾਇਸ ਤਾਂ ਬੇਵਸ ਹੈ, ਹੁਕਮ ਦੇ ਬੰਨੇ ਹੋਏ ਆ। ਕਹਿੰਦਾ ਮੈਂ ਗੁਰੂ ਨਾਨਕ ਸਾਹਿਬ ਤੇ ਸ਼ੰਕਾ ਕੀਤੀ ਸੀ। ਕਹਿੰਦਾ ਜੇ ਕਿਤੇ ਇਹ ਵੀ ਲਿਖ ਦਿੰਦੇ ਵੀ ਘਾਹ ਨੂੰ ਮੂੰਹ ਮਾਰੇ ਤੇ ਮਿਲਦਾ ਨਹੀਂ ਨਾ ਘਾਹ, ਕਹਿੰਦੇ ਨੌਕਰਾਂ ਨੇ ਹਟਾ ਦਿੱਤਾ ਸੀ ਵੀ ਉਹ ਵੀ ਸੱਤ ਸੀ ਜੋ ਗੁਰੂ ਨਾਨਕ ਦੀ ਬਾਣੀ 'ਚ ਹੈ, ਸਭ ਕੁਝ ਸੱਤੇ ਸੱਤ ਲਿਖਿਆ ਹੋਇਆ। ਫਿਰ ਬਾਤ ਨਹੀਂ ਉਹਨਾਂ ਦੀ ਪੁੱਛਦਾ ਕੋਈ। ਕਿ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਅੱਗੇ ਵੀ ਉਹਨੂੰ ਫਿਰ ਦੋਸ਼ੀਆਂ ਦੇ ਵਿੱਚ ਦੋਸ਼, ਕੀੜਿਆਂ ਦੇ ਵਿੱਚ ਸੱਪ ਕੀੜਾ ਬਣ ਜਾਂਦਾ ਹੈ। ਦੋਸ਼ੀ ਲੋਕ ਵੀ ਉਹਦੇ ਦੋਸ਼ ਧਾਰਨ ਕਰਦੇ ਨੇ। ਪਰਮਾਤਮਾ ਨਿਰਗੁਣਿਆਂ ਨੂੰ, ਬ੍ਰਹਮ ਗਿਆਨੀ ਨਿਰਗੁਣੀਆਂ ਨੂੰ ਗੁਣ ਦੇ ਕੇ ਉਪਕਾਰ ਕਰਦੇ ਨੇ। ਜਿਨ੍ਹਾਂ ਕੋਲ ਸਤ ਸੰਤੋਖ ਗੁਣ, ਉਹਨਾਂ ਨੂੰ ਬ੍ਰਹਮ ਗਿਆਨ ਦੀ ਦਾਤ ਦੇ ਦਿੰਦੇ ਨੇ। ਇਹੋ ਜਿਹਾ ਦੁਨੀਆ ਵਿੱਚ ਕੋਈ ਨਹੀਂ ਦਿਖਦਾ ਜਿਹੜਾ ਵਾਹਿਗੁਰੂ ਦੇ ਉੱਤੇ ਉਪਕਾਰ ਕਰੇ। ਤੇ ਇਹ 7 ਪੌੜੀਆਂ 'ਚ ਬ੍ਰਹਮ ਗਿਆਨ ਦਾ ਕਥਨ ਕਰਕੇ ਮਹਾਰਾਜ ਸਾਹਿਬ ਜੀ ਨੇ ਇੱਥੇ ਇਹ ਵਿਚਾਰ ਸਮਾਪਤ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।